ਗੁਰਬਾਣੀ ਜੀ ਹਰ ਹਰ ਤੇਰੀ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡੇ ਭਾਗ ਹਨ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਆਦ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ 'ਚ ਸੰਧਿਆ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਆਰੰਭ ਹੋ ਗਏ ਹਨ ਔਰ ਇਹ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣੇ। ਲੜੀਵਾਰ ਇਤਿਹਾਸ ਦੀ ਕਥਾ ਨੌਵੇਂ ਪਾਤਸ਼ਾਹ ਦਾ ਜੀਵਨ ਆਪ ਜੀ ਸਰਵਣ ਕਰ ਰਹੇ ਹੋ। ਭਾਈ ਮੱਖਣ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਮਹਾਰਾਜ ਬਾਹਰ ਸੰਗਤ ਭਟਕ ਰਹੀ ਹੈ, ਭਰਮ ਰਹੀ ਹੈ, ਪੂਰਾ ਗੁਰੂ ਉਹਨਾਂ ਨੂੰ ਕਿਤੇ ਨਜ਼ਰ ਨਹੀਂ ਆ ਰਿਹਾ, ਸਾਰਿਆਂ ਦੇ ਮਨ 'ਚ ਸੰਸ਼ੇ ਹਨ, ਕਿਰਪਾ ਕਰਕੇ ਪ੍ਰਗਟ ਹੋਵੋ ਔਰ ਸਾਰੀ ਸੰਗਤ ਨੂੰ ਦਰਸ਼ਨ ਦਿਓ। ਜਿਵੇਂ ਮੈਨੂੰ ਕਿਰਤਾਰਥ ਕੀਤਾ ਏਦਾਂ ਸਾਰਿਆਂ ਨੂੰ ਕਿਰਤਾਰਥ ਕਰੋ। ਪਹਿਲਾਂ ਤਾਂ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਇਨਕਾਰ ਕੀਤਾ, ਪਰ ਭਾਈ ਮੱਖਣ ਸ਼ਾਹ ਨੇ ਜਦੋਂ ਬਾਰ-ਬਾਰ ਬੇਨਤੀਆਂ ਕੀਤੀਆਂ ਤਾਂ ਮਹਾਰਾਜ ਜੀ ਨੇ ਬਚਨ ਕੀਤਾ, ਮੱਖਣ ਸ਼ਾਹ ਤੇਰੀ ਜਿਵੇਂ ਇੱਛਾ ਹੈ ਉਸੇ ਤਰ੍ਹਾਂ ਕਰ ਲਓ। ਭਾਈ ਮੱਖਣ ਸ਼ਾਹ ਜੀ ਜਦੋਂ ਪਹਿਲਾਂ ਸਤਿਗੁਰਾਂ ਕੋਲ ਆਏ, ਪਹਿਲਾਂ ਲੰਗਰ ਵਿੱਚ ਜਾ ਕੇ ਆਪਣਾ ਮੂੰਹ ਕਾਲਾ ਕੀਤਾ, ਕਿਉਂਕਿ ਨੌਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹ ਵਿੱਚ ਮੂੰਹ ਕਾਲਾ ਕਰਾਂਗੇ। ਤੋ ਸਤਿਗੁਰਾਂ ਦਾ ਉਹ ਬਚਨ ਭਾਈ ਮੱਖਣ ਸ਼ਾਹ ਨੇ ਪਹਿਲਾਂ ਸਫਲਾ ਕੀਤਾ, ਫਿਰ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ। ਸਤਿਗੁਰੂ ਜੀ ਨੂੰ ਸੋਹਣੀ ਪੁਸ਼ਾਕ ਪਵਾ ਕੇ 500 ਸ਼ਰਫੀਆਂ ਸੋਨੇ ਦੀਆਂ ਗੁਰੂ ਚਰਨਾਂ 'ਚ ਇਹਨੇ ਭੇਟ ਕੀਤੀਆਂ। ਬਾਹਰ ਥੜੇ ਤੇ ਸਤਿਗੁਰਾਂ ਦੀ ਮਸਨੰਦ ਲਾਈ ਹੈ ਔਰ ਉਸ ਮਸਨੰਦ ਤੇ ਗੁਰਤਾ ਗੱਦੀ ਤੇ ਆ ਕੇ ਸਤਿਗੁਰੂ ਜੀ ਬੈਠੇ ਨੇ, ਦਰਸ਼ਨ ਦਿੱਤੇ ਨੇ ਸੰਗਤ ਨੂੰ। ਭਾਈ ਮੱਖਣ ਸ਼ਾਹ ਜੀ ਆਪ ਕੋਠੇ ਦੀ ਅਟਾਰੀ ਤੇ ਛੱਤ ਤੇ ਜਾ ਚੜੇ। ਛੱਤ ਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਹਿੰਦੇ, ਭੁੱਲੀਏ ਸੰਗਤੇ ਗੁਰ ਲਾਧੋ ਰੇ, ਗੁਰ ਲਾਧੋ ਰੇ। ਸੰਗਤ ਜੀ ਮੈਂ ਪੂਰਾ ਗੁਰੂ ਲੱਭ ਰਿਹਾ, ਪੂਰਾ ਗੁਰੂ ਲੱਭ ਲਿਆ ਹੈ। ਤੁਸੀਂ ਬਾਹਰ ਭੁੱਲਦੇ ਫਿਰਦੇ ਹੋ, ਭਟਕਦੇ ਫਿਰਦੇ ਹੋ, ਆ ਜਾਓ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰੋ। ਏਦਾਂ ਭਾਈ ਮੱਖਣ ਸ਼ਾਹ ਨੇ ਉੱਚੀ ਆਵਾਜ਼ ਵਿੱਚ ਜਦੋਂ ਸਾਰਿਆਂ ਨੂੰ ਹੋਕਾ ਦਿੱਤਾ ਤਾਂ ਭਾਈ ਮੱਖਣ ਸ਼ਾਹ ਦੀ ਆਵਾਜ਼ ਸੁਣ ਕੇ ਬਹੁਤ ਸਾਰੀਆਂ ਸੰਗਤਾਂ ਉਮੜ ਉਮੜ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆ ਰਹੀਆਂ ਹਨ। ਆਓ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ, ਨੌਵੇਂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
दोहरा संगत सब एक बार दूर दूर नारे आए। ਇੱਕੋ ਵਾਰ ਸਾਰੀਆਂ ਸੰਗਤਾਂ ਜਦੋਂ ਉਹਨਾਂ ਨੇ ਭਾਈ ਮੱਖਣ ਸ਼ਾਹ ਦੀ ਆਵਾਜ਼ ਸੁਣੀ, ਭਾਈ ਮੱਖਣ ਸ਼ਾਹ ਜੀ ਉੱਚੀ ਉੱਚੀ ਕਹਿ ਰਹੇ ਸਨ, ਗੁਰ ਲਾਧੋ ਰੇ ਗੁਰ ਲਾਧੋ ਰੇ। ਇਹ ਆਵਾਜ਼ ਸੁਣ ਕੇ ਸੰਗਤ ਦੌੜ ਦੌੜ ਕੇ ਆਉਣ ਲੱਗੀ। ਬਹੁਤ ਸਾਰੀਆਂ ਸੰਗਤਾਂ ਜੋ ਆਲੇ ਦੁਆਲੇ ਭਰਮ ਰਹੀਆਂ ਸਨ, 22 ਮੰਜੀਆਂ ਵਾਲੇ ਪਖੰਡੀਆਂ ਗੁਰੂਆਂ ਦੇ ਕੋਲ ਜਾ ਕੇ ਉਹਨਾਂ ਨੂੰ ਨਮਸਕਾਰਾਂ ਕਰ ਰਹੀਆਂ ਸਨ। ਉਹ ਸਾਰੀਆਂ ਸੰਗਤਾਂ, ਸਾਰੇ ਸਿੱਖ ਦੌੜ ਦੌੜ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਉਣ ਲੱਗੇ। ਦੀਰਘ ਦਰਸ਼ਨ ਸਤਿਗੁਰੂ ਦੇ ਦਰਸ ਦਿਖਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਬੜੇ ਦੀਰਘ ਦਰਸ਼ਨ ਹਨ, ਦੀਰਘ ਦਾ ਮਤਲਬ ਡੂੰਘੇ ਵੱਡੇ ਦਰਸ਼ਨ, ਜਿਨ੍ਹਾਂ ਦਰਸ਼ਨਾਂ 'ਚੋਂ ਸਿੱਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦਰਸ਼ਨਾਂ 'ਚੋਂ ਸਿੱਖਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸੇ ਦੀਰਘ ਦਰਸ਼ਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਰਦੇ ਨੇ। ਔਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਹਰ ਇੱਕ ਆਏ ਹੋਏ ਮਾਈ ਭਾਈ ਨੂੰ, ਸਾਰੀਆਂ ਸੰਗਤਾਂ ਨੂੰ, ਸਾਰਿਆਂ ਸਿੱਖਾਂ ਨੂੰ ਦਰਸ਼ਨ ਦੇ ਰਹੇ ਹਨ। ਜੋ ਪਈ ਬਸਤਰ ਬਹੁਤ ਜਿਨ ਮੋਲੇ ਉਧਾਰੇ। ਬੜੇ ਕੀਮਤੀ ਬਸਤਰ, ਜਿਨ੍ਹਾਂ ਦਾ ਬੜਾ ਵੱਡਾ ਭਾਰੀ ਮੁੱਲ ਹੈ। ਔਰ ਭਾਈ ਮੱਖਣ ਸ਼ਾਹ ਨੇ ਬੜੇ ਪਿਆਰ ਨਾਲੇ ਬਸਤਰ ਤਿਆਰ ਕਰਵਾਏ ਨੇ। ਬੜੇ ਸੁੰਦਰ ਬਸਤਰ ਹਨ, ਜਿਨ੍ਹਾਂ ਦਾ ਬਹੁਤ ਸਾਰਾ ਭਾਰੀ ਮੁੱਲ ਹੈ। ਉਹ ਮੁੱਲ ਦੇ ਬਸਤਰ ਸਤਿਗੁਰੂ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਤਰੀ ਅਸ਼ਰਪੀ ਗੁਰੂ ਅਗਾਰੇ। ਔਰ ਭਾਈ ਮੱਖਣ ਸ਼ਾਹ ਨੇ ਜਿਹੜੀਆਂ 500 ਸੋਨੇ ਦੀਆਂ ਅਸ਼ਰਫੀਆਂ ਸੁੱਖੀਆਂ ਹੋਈਆਂ ਸੀ, ਸੁਖਣਾ ਕੀਤੀ ਹੋਈ ਸੀ, ਉਹ 500 ਅਸ਼ਰਫੀਆਂ ਵੀ ਸਤਿਗੁਰੂ 9ਵੇਂ ਪਾਤਸ਼ਾਹ ਦੇ ਚਰਨਾਂ 'ਚ ਰੱਖੀਆਂ ਹਨ। ਦੇਖ ਦੇਖ ਸਿੱਖ ਚੌਂਪ ਕਰਨ ਤੇ। ਬਹੁਤ ਸਾਰੇ ਸਿੱਖ ਆ ਰਹੇ ਨੇ ਬੜੇ ਬੜੇ ਚਾਉ ਨਾਲ, ਬੜੀ ਚੌਂਪ ਨਾਲ। ਚੌਂਪ ਦਾ ਮਤਲਬ ਹੁੰਦਾ ਚਾਉ। ਚਾਉ ਦੇ ਨਾਲ, ਬੜੇ ਉਮਾਹ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ। ਆਨ ਉਪਾਇਨ ਨਿਜ ਅਰਪੰਤੇ। ਜਿਹੜੀਆਂ ਜਿਹੜੀਆਂ ਭਟਾਵਾਂ ਗੁਰੂ ਕੇ ਸਿੱਖ ਲੈ ਕੇ ਆਏ ਨੇ, ਮਾਈ ਭਾਈ ਲੈ ਕੇ ਆਏ ਨੇ, ਉਹ ਭਟਾਵਾਂ ਬੜੇ ਚਾਉ ਨਾਲ, ਉਮਾਹ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਭੇਟ ਕਰਦੇ ਹਨ। ਪੰਚਾਮ੍ਰਿਤ ਕੋ ਲਿਆਏ ਕਰਾਏ। ਕੋਈ ਭਟਾਵਾਂ ਭੇਟ ਕਰ ਰਿਹਾ, ਕਈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਲਿਆਏ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਦੇ ਹਨ। ਉਹ ਅਰਪਤ ਹੈ ਬਸਤਰ ਸੁਹਾਏ। ਕੋਈ ਦੇਗ ਭੇਟ ਕਰ ਰਿਹਾ ਹੈ ਤੇ ਕੋਈ ਬੜੇ ਬੜੇ ਕੀਮਤੀ ਬਸਤਰ, ਬੜੇ ਬੜੇ ਸੁੰਦਰ ਬਸਤਰ। ਕਿਉਂਕਿ ਇਹਨਾਂ ਵਿੱਚੋਂ ਬਹੁਤੇ ਸਿੱਖਾਂ ਨੇ ਸਾਰੀਆਂ ਭਟਾਵਾਂ ਆਪਣੇ ਕੋਲ ਸਾਂਭ ਕੇ ਰੱਖੀਆਂ ਹੋਈਆਂ ਸੀ। ਇਸ ਕਰਕੇ ਸਾਂਭ ਕੇ ਰੱਖੀਆਂ ਹੋਈਆਂ ਸੀ ਵੀ ਜਦੋਂ ਪੂਰਨ ਸਤਿਗੁਰੂ ਜੀ ਪ੍ਰਗਟ ਹੋਣਗੇ, ਉਹਨਾਂ ਨੂੰ ਇਹ ਭਟਾਵਾਂ ਭੇਟ ਕਰਾਂਗੇ। ਪਹਿਲਾਂ ਉਦੋਂ ਤੋਂ ਇਹ ਭੇਟ ਕਿਸੇ ਸੋਢੀ ਨੂੰ ਭੇਟ ਨਹੀਂ ਕਰਨੀ। ਤੋ ਇਸ ਕਰਕੇ ਬਹੁਤ ਸਾਰੇ ਸਿੱਖ ਨੇ, ਸੰਗਤ ਨੇ ਬਹੁਤ ਸਾਰੇ ਕੀਮਤੀ ਵਸਤਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਭੇਟ ਕੀਤੇ ਹਨ। ਕਿਤਕ ਰਜਤ ਪਣ ਲਿਆਏ ਚੜਾਵੇ। ਕੋਈ ਵਸਤਰ ਭੇਟ ਕਰ ਰਿਹਾ ਹੈ, ਕੋਈ ਰਜਤ ਪਣ। ਰਜਤ ਦਾ ਮਤਲਬ ਹੁੰਦਾ ਚਾਂਦੀ। ਚਾਂਦੀ ਦੇ ਜਿਹੜੇ ਰੁਪਈਏ ਨੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟ ਕਰਦੇ ਹਨ। ਪਸ਼ਮੰਬਰ ਕੋਲੇ ਅਰ ਪਾਵੇ। ਔਰ ਕੋਈ ਪਸ਼ਮੀਨੇ ਦਾ ਬੜਾ ਕੀਮਤੀ ਵਸਤਰ। ਉਹਨਾਂ ਸਮਿਆਂ 'ਚ ਪਸ਼ਮੀਨਾ ਬਹੁਤ ਮਹਿੰਗਾ ਕੱਪੜਾ ਮੰਨਿਆ ਜਾਂਦਾ ਸੀ। ਪਸ਼ਮੀਨਾ ਹੋ ਗਿਆ ਜਾਂ ਰੇਸ਼ਮ ਦੇ ਧਾਗੇ ਦੇ ਬਣੇ ਹੋਏ ਜਿਹੜੇ ਰੇਸ਼ਮੀ ਕੱਪੜੇ ਬੜੇ ਕੀਮਤੀ ਸਨ। ਤੋਂ ਪਸ਼ਮੀਨੇ ਦੇ ਜਿਹੜੇ ਬਣੇ ਹੋਏ ਬੜੇ ਕੀਮਤੀ ਵਸਤਰ ਨੇ, ਜਿਨ੍ਹਾਂ ਨੂੰ ਪਸ਼ਮੰਬਰ ਕਹਿੰਦੇ ਨੇ, ਪਸ਼ਮ ਦੇ ਬਣੇ ਹੋਏ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਦੇ ਹਨ। ਭਾਈ ਪੀਰ ਬੋ ਨਰ ਕੀ ਆਏ। ਬਹੁਤ ਸਾਰੀ ਸੰਗਤ ਦੀ ਭੀੜ ਸਤਿਗੁਰਾਂ ਦੇ ਚਰਨਾਂ 'ਚ ਹੋਈ ਹੈ। ਬਹੁਤ ਸਾਰੀਆਂ ਸੰਗਤਾਂ ਦਾ ਵੱਡਾ ਭਾਰੀ ਇਕੱਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗਾ ਹੈ। ਬੰਧਨ ਕਰੇ ਬਦਨ ਦਰਸਾਏ। ਸਤਿਗੁਰਾਂ ਨੂੰ ਬੰਦਨਾ ਕਰਦੇ ਨੇ,
नाले वंदना करते ने, नाले धन गुरु तेग बहादुर साहब दे सोहणे जे सुंदर जे चेहरे दे दर्शन परसदे ने। दर्शन कर करके वारे वारे जांदे ने, बलिहार बलिहार जांदे ने। इहो जे सुंदर दर्शन हन सतगुरां दे। जय सतगुर केरी, और रसना तो जय जयकार उचारदे ने। धन गुरु तेग बहादुर साहब जी आप जी दी जय होवे। धन गुरु तेग बहादुर साहब आप जी दी जय होवे। इस तरह नाले तां दर्शन करदे ने, नाले सतगुरु गुरु तेग बहादुर साहब जी दी जय जयकार उचारण करदे हन। सब ते महिमा अदक बडेरी, सतगुरु जी आप जी दी महिमा सब तो अदक है, सब तो वधेरी है। आ जिन्नियां 22 मंजियां वाले लगे हुए ने, गुरता गद्दियां ला के बैठे हुए ने, इन्हां सारियां दी महिमा तुहाडी महिमा अगे फिक्की है। तुहाडी महिमा सब तो वड्डी है, सब तो उजागर है। श्री नानक की जोत उधारा, धन गुरु नानक साहब जी दी जो पवित्र पावन जोत है, जो गुरु अंगद देव साहब च विराजमान हुई, फिर गुरु अमरदास साहब च विराजमान हुई, ओही जोत सीने मसीने चलदी चलदी धन गुरु हरकृष्ण साहब दे विच आई। ते हुण ओही जोत जो गुरु नानक साहब दी जोत श्री गुरु हरकृष्ण साहब जी महाराज जी अंदर विराजमान सी। अब तिसके तुम आओ आधारा, वो जोत इस वक्त है श्री गुरु तेग बहादुर साहब हुण तुहाडे च विराजमान है। ओही गुरु नानक साहब दी पवित्र जोत दे आधार आसरे है नौवें पातशाह जी तुसी आप हो। सिखन सकल कामना जोई, जिन्ने गुरसिख ने सारिया सिखां दियां जो जो कामनावां हन, तिनके निर्वाहक तुम होई। अपने सारे सिखां दियां कामनावां दे निर्वाहक, यानी कि अपने सिखां दियां कामनावां दे पूरक हे सतगुरु गरीब नवाज तुसी हो। तुसी अपने सिखां दियां कामनावां पूरियां करके झोलियां भरन वाले हो। दुरे रहे ने दर्श दिखावा, आज आप जी किन्नी देर तक लुके रहे। गुरु हरकृष्ण साहब ने किन्नी देर पहला बचन कहे सन, बाबा वसे ग्राम बकाले, पर तुसी उदों दे प्रगट नहीं होए। कितनी देर तक आप जी छुप के लुक के रहे, लुक के गुप्त हो के रहे। किम छप सके पाने उदतावा, महाराज आखिरकार आप जी नूं प्रगट होना ही पिया। क्यों? क्योंकि चढ़िया होया सूरज भला किवें छुप सकदा है। जिहड़ा सूरज चढ़िया होवे वो किवें लुक सकदा, वो तां लुक ही नहीं सकदा। चढ़े हुए सूरज नूं तां फिर प्रगट होना ही पैंदा है। ਉਹਨੂੰ ਤਾਂ ਆਪਣੀ रोशनी ਦਾ विस्तार, अपने प्रकाश ਦਾ विस्तार करना ही पैंदा है। करो उदाहरण सिखन केरन, ਤੁਸੀਂ ਆਪਣੇ ਸਿੱਖਾਂ ਦਾ ਉਧਾਰ ਕਰਨ ਵਾਲੇ ਹੋ, ਆਪਣੇ ਸੇਵਕਾਂ ਦਾ, ਆਪਣੇ ਦਾਸਾਂ ਦਾ उधार करने वाले हो। लहे आनंद दरस तुम हेरन, जेड़ा सिख जेड़ा कोई माई भाई आप जी दे दर्शन करदा है, तुहाडे दर्शन करके उन्हां नूं आनंद दी प्राप्ति हुंदी, उन्हां नूं परमानंद दी प्राप्ति हुंदी है। हिम कह वो भेट चढ़ावे, ये तां सिख नाले तां सतगुरां दी उपमा करदे ने, महाराज जी दा सुजस करदे ने, नाले सतगुरां दे चरनां विच भेटावां भेट करदे हन। बहुत सारा चढ़ावा वो सतगुरु नौवें पातशाह दे चरनां च चढ़ाउंदे हन। बिने कामना सहित सुनावे, बड़े प्यार नाल कामना सहित सतगुरां दे चरनां च बेनतियां करदे ने। कामना सहित महाराज सच्चे पातशाह जी नूं बेनती करदे हन। को एक सिख कहे तिन माई, और कई सिख सतगुरु सच्चे पातशाह जी महाराज जी दे उत्ते भरोसा रखते ने। कई सिख आके सतगुरु जी नूं कहंदे हन, जिनके हृदय अशरदा नाई। कई सिख ने जिहड़े शरदा तो भी होने ने, जिन्हां दे मन च हाले पक्की शरदा नहीं बनी। नहीं तो बहुते सिख तां शरदावान सारे गुरु तेग बहादुर साहब नूं
पूर्ण गुरु जान के नमस्कारां कर रहे ने, पर कोई किसान ਜਿਹੜੇ ਉਹਨਾਂ 22 ਮੰਜੀਆਂ ਵਾਲਿਆਂ ਦੇ ਚੇਲੇ ਬਣੇ ਹੋਏ ਸੀ, ਜਿਨ੍ਹਾਂ ਦੇ ਹਿਰਦਿਆਂ 'ਚ ਸ਼ਰਧਾ ਭਾਵਨਾ ਨਹੀਂ ਸੀ, ਜਿਹੜੇ ਅਸ਼ਰਧਕ ਹਿਰਦਿਆਂ ਦੇ ਨਾਲ ਆਏ ਹੋਏ ਨੇ। कर्म अनिंदित सब इनकेरे। ਉਹ ਜਿਹੜੇ ਈਰਖਾਲੂ ਨੇ ਨਾ, ਉਹਨਾਂ 22 ਮੰਜੀਆਂ ਵਾਲਿਆਂ ਦੇ ਚੇਲੇ ਮਸੰਦ, ਜਿਹੜੇ ਉਹਨਾਂ ਕੋਲੋਂ ਲੈ ਲੈ ਕੇ ਖਾਂਦੇ ਨੇ, ਉਹਨਾਂ ਦਾ ਸੁਜਸ ਕਰਦੇ ਨੇ, ਉਹ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ। ਕਹਿੰਦੇ ਜੀ ਇਹਨਾਂ ਦੇ ਕੀਤੇ ਕਰਮ ਤਾਂ ਅਨਿੰਦਿਤ ਨੇ, ਨਿੰਦਿਤ ਹਨ, ਨਿੰਦਾ ਕਰਨ ਵਾਲੇ ਹਨ। महाभाग संतोख कनेरे। ਪਰ ਕਈ ਜਿਹੜੇ ਸਤਿਗੁਰਾਂ ਦੀ ਭਾਵਨਾ ਰੱਖਣ ਵਾਲੇ ਸ਼ਰਧਾਲੂ ਸਿੱਖ ਨੇ, ਕਹਿੰਦੇ ਜੀ ਇਹ ਤਾਂ ਪੂਰਨ ਸਤਿਗੁਰੂ ਹਨ, ਮਹਾਭਾਗਾਂ ਵਾਲੇ, ਸੰਤੋਖ ਦੇ ਧਾਰਨੀ ਹਨ। सम दम शांति मधुर बचना। ਸਮ ਤੇ ਦਮ, ਸਮ ਦਮ ਦਾ ਮਤਲਬ ਹੁੰਦਾ ਇੰਦਰੀਆਂ ਦਾ ਦਮਨ ਕਰਨਾ ਤੇ ਮਨ ਨੂੰ ਰੋਕਣਾ। ਮਨ ਨੂੰ ਰੋਕਣਾ ਤੇ ਇੰਦਰੀਆਂ ਦਾ ਦਮਨ ਕਰਨਾ ਨੂੰ ਸਮ ਦਮ ਕਹਿੰਦੇ ਨੇ। ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਸਮ, ਦਮ, ਸ਼ਾਂਤੀ ਔਰ ਮਧੁਰ ਬਚਨ, ਮਿੱਠੇ ਬਚਨ ਬੋਲਣ ਵਾਲੇ ਹਨ। ਇਹ ਸ਼ੁਭ ਗੁਣਾਂ ਦੇ ਧਾਰਨੀ ਹਨ। निज स्वरूप में सदा प्रसन्ना। ਔਰ ਇਹ ਸਦਾ ਆਪਣੇ ਨਿਜ ਸਰੂਪ ਵਿੱਚ ਪ੍ਰਸੰਨ ਹਨ। ਜਿਹੜਾ ਇਹਨਾਂ ਦਾ ਨਿਜ ਰੂਪ ਹੈ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਰੱਖਦੇ ਨੇ, ਆਪਣੀ ਸੁਰਤ ਨੂੰ ਅੰਤਰਮੁਖੀ ਕਰਕੇ ਰੱਖਦੇ ਨੇ, ਔਰ ਆਪਣੇ ਨਿਜਾ ਸਰੂਪ ਦੇ ਵਿੱਚ, ਨਿਜਾ ਆਨੰਦ ਵਿੱਚ ਸਦਾ ਪ੍ਰਸੰਨ ਹਨ। सहनशील मन राग न द्वेष। ਬੜਾ ਵੱਡਾ ਸਹਿਨਸ਼ੀਲ ਇਹਨਾਂ ਦਾ ਸੁਭਾਅ ਹੈ। ਇਹਨਾਂ ਦੇ ਹਿਰਦੇ ਵਿੱਚ ਨਾ ਰਾਗ ਹੈ ਤੇ ਨਾ ਹੀ ਦਵੇਸ਼ ਹੈ। ਇਹ ਸਹਿਨਸ਼ੀਲ ਸੁਭਾਅ ਦੇ ਧਾਰਨੀ ਨੇ, ਰਾਗ ਤੇ ਦਵੇਸ਼ ਤੋਂ ਰਹਿਤ ਹਨ। ਇਹਨਾਂ ਦੇ ਹਿਰਦੇ ਵਿੱਚ ਨਾ ਰਾਗ ਹੈ ਨਾ ਦਵੇਸ਼ ਹੈ। ਅੱਗੇ ਕਥਾ ਆਉਣੀ ਹੈ, ਅੱਗੇ ਇਤਿਹਾਸ ਆਉਣਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ 'ਚ ਕਿਸੇ ਪ੍ਰਤੀ ਦਵੇਸ਼ ਹੈ ਹੀ ਨਹੀਂ, ਨਾ ਰਾਗ ਤੇ ਨਾ ਹੀ ਦਵੇਸ਼। ਜੇ ਰਾਗ ਹੋਵੇ ਤੇ ਦਵੇਸ਼ ਵੀ ਹੁੰਦੀ ਹੈ। ਮਹਾਰਾਜ ਜੀ ਦੇ ਹਿਰਦੇ 'ਚ ਰਾਗ ਦਵੇਸ਼ ਦੋਨੋਂ ਹੀ ਕੋਈ। ਕਥਾ ਆਵੇਗੀ ਅੱਗੇ, ਧੀਰ ਵੱਲ ਗੋਲੀ ਚਲਾਉਂਦਾ ਸਤਿਗੁਰਾਂ ਤੇ ਵੇਖੋ ਮੇਰੇ ਸਤਿਗੁਰਾਂ ਦਾ ਹਿਰਦਾ ਕਿੰਨਾ ਨਿਰਵੈਰ ਹੈ। ਉਹ ਗੋਲੀ ਚਲਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਕਹਿੰਦੇ ਨੇ, ਭਲੋ ਧੀਰ ਵੱਲ ਭਲੋ, ਤੇਰਾ ਭਲਾ ਹੋਵੇ ਧੀਰ ਵੱਲ, ਤੇਰਾ ਭਲਾ ਹੋਵੇ। ਏਡੇ ਵੱਡੇ ਮਹਾਨ ਸਹਿਨਸ਼ੀਲ ਸੁਭਾਅ ਦੇ ਧਾਰਨੀ, ਜੋ ਰਾਗ ਤੇ ਦਵੇਸ਼ ਤੋਂ ਰਹਿਤ ਨੇ, ਜਿਨ੍ਹਾਂ ਦਾ ਮਨ ਸਦਾ ਸਹਿਨਸ਼ੀਲ ਸੁਭਾਅ 'ਚ ਟਿਕਿਆ ਹੋਇਆ ਹੈ। सदा जितेंद्र छुए ना कलेश। ਜਿਹੜੇ ਸਦਾ ਜਿਤਿੰਦਰੀਏ ਹਨ। ਜਿਤਿੰਦਰੀਏ ਦਾ ਮਤਲਬ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ, ਅੱਖਾਂ ਤੇ ਕਾਬੂ ਪਾਇਆ ਹੋਇਆ, ਨੱਕਾਂ ਤੇ ਕਾਬੂ ਪਾਇਆ ਹੋਇਆ, ਕੰਨਾਂ ਤੇ ਕਾਬੂ ਪਾਇਆ ਹੋਇਆ, ਜ਼ੁਬਾਨ ਤੇ, ਚਮੜੀ ਤੇ, ਜਿਨ੍ਹਾਂ ਨੇ ਆਪਣੀਆਂ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ ਆਪਣੇ ਕੰਟਰੋਲ 'ਚ ਕੀਤੀਆਂ ਹੋਈਆਂ, ਜਿਹੜੇ ਸਦਾ ਜਿਤਿੰਦਰੇ ਹਨ ਔਰ ਜਿਨ੍ਹਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਛੂੰਦਾ। ਗੁਰਤਾ ਉਚਿਤ ਜਿਤਕ ਵਡਿਆਈ। ਗੁਰਤਾ ਗੱਦੀ ਵਾਸਤੇ ਜਿੰਨੀ ਵਡਿਆਈ ਚਾਹੀਦੀ ਹੈ, ਗੁਰਤਾ ਗੱਦੀ ਵਾਸਤੇ ਜਿੰਨੀ ਕੁਚਤਾਈ ਚਾਹੀਦੀ ਹੈ, ਇਨ ਮੈਂ ਸਭ ਪਈਅਤ ਭਲਿਆਈ। ਉਹ ਸਾਰੀ ਭਲਿਆਈ, ਉਹ ਸਾਰੀ ਉਚਤਾਈ, ਉਹ ਸਾਰਾ ਅਧਿਕਾਰੀ ਪੁਣਾ, ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ 'ਚ ਨਜ਼ਰ ਆਉਂਦਾ। ਜੋ ਇੱਕ ਗੁਰੂ 'ਚ ਚਾਹੀਦਾ, ਜੋ ਗੁਰੂ ਬਣਨ ਵਾਸਤੇ ਲੱਛਣ ਚਾਹੀਦੇ ਨੇ, ਉਹ ਸਾਰੇ ਲੱਛਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ। ਇੱਕ ਸੁਭਾਵ ਇਨ ਧਾਰਨ ਮੋਨ। ਬਸ ਇਹਨਾਂ ਦਾ ਇੱਕ ਸੁਭਾਅ ਇਹ ਹੈ ਕਿ ਮੌਨ ਧਾਰ ਕੇ ਰੱਖਦੇ ਨੇ, ਬਹੁਤੀਆਂ ਗੱਲਾਂ ਨਹੀਂ ਕਰਦੇ, ਬਹੁਤੇ ਬਚਨ ਬਿਲਾਸ ਨਹੀਂ ਕਰਦੇ, ਬਹੁਤੀ ਚੁੱਪ ਧਾਰਨ ਕਰਕੇ ਰੱਖਦੇ ਹਨ। ਜਾਂ ਤੇ ਗਇਓ ਸਮੀਪ ਨ ਕੌਣ। ਇਸੇ ਕਰਕੇ ਇਹਨਾਂ ਦੇ ਕੋਲ ਕੋਈ ਨਹੀਂ ਸੀ ਜਾਂਦਾ, ਇਹ ਚੁੱਪ ਰਹਿੰਦੇ ਨੇ, ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦੇ। ਇਸੇ ਕਰਕੇ ਇਹਨਾਂ ਦੇ ਕੋਲ ਕੋਈ ਚੱਲ ਕੇ ਨਹੀਂ ਸੀ ਗਿਆ। ਜਿਹੜੇ ਬਾਹਰ 22 ਮੰਜੀਆਂ ਲਾਈ ਬੈਠੇ ਨੇ, ਉਹ ਗੱਲਾਂ ਹੀ ਬੜੀਆਂ ਕਰਦੇ ਸੀ, ਉਹ ਬੋਲਦੇ ਹੀ ਬੜਾ ਸਨ। ਪਰ ਗੁਰਬਾਣੀ ਕਹਿੰਦੀ, ਕਹਿ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲਾ। ਜਿਹੜਾ ਖਾਲੀ ਘੜਾ ਉਹ ਹਮੇਸ਼ਾ ਬੋਲਦਾ, ਭਰੇ ਹੋਏ ਚੋਂ ਆਵਾਜ਼ ਨਹੀਂ ਆਉਂਦੀ। ਸਿੱਖ ਕਹਿੰਦੇ ਜਿਹੜੇ ਬਾਹਰ 22 ਮੰਜੀਆਂ ਲਾਈ ਬੈਠੇ, ਉਹ ਤਾਂ ਬੜੀਆਂ ਗੱਲਾਂ ਕਰਦੇ ਸਨ।
ਇਹ ਬੋਲਦੇ ਹੀ ਨਹੀਂ ਸੀ। ਇਸੇ ਕਰਕੇ ਸਿੱਖ ਇਹਨਾਂ ਦੇ ਕੋਲ ਨਹੀਂ ਸਨ ਜਾਂਦੇ। ਭੇਦ ਨਾ ਪਾਏ ਸਕਿਓ ਇਨ ਕੋਏ, ਇਹਨਾਂ ਦਾ ਕੋਈ ਭੇਦ ਨਹੀਂ ਪਾ ਸਕਿਆ। ਜੇ ਗੱਲਬਾਤ ਕਰਦੇ, ਬੋਲਦੇ ਚਾਲਦੇ, ਸੰਗਤ ਨਾਲ ਗੱਲਬਾਤ ਕਰਦੇ ਤੇ ਇਹਨਾਂ ਦਾ ਭੇਦ ਪਤਾ ਲੱਗਦਾ, ਪਰ ਇਹ ਤਾਂ ਬੋਲਦੇ ਚਾਲਦੇ ਹੀ ਨਹੀਂ ਸੀ ਕਿਸੇ ਨਾਲ। ਇਸ ਕਰਕੇ ਇਹਨਾਂ ਦਾ ਭੇਦ ਵੀ ਕੋਈ ਨਹੀਂ ਪਾ ਸਕਿਆ, ਕੋਈ ਨਹੀਂ ਜਾਣ ਸਕਿਆ। ਉਦਾਸੀਨ ਸਭ ਤੇ ਨਿਤ ਜੋਏ, ਸਦਾ ਸਾਰਿਆਂ ਤੋਂ ਉਦਾਸੀਨ ਬਿਰਤੀ ਰੱਖਦੇ ਨੇ, ਵਿਰਾਗਮਈ ਅਵਸਥਾ ਸਾਰਿਆਂ ਤੋਂ ਰੱਖਦੇ ਨੇ। ਇਹਨਾਂ ਦੇ ਮਨ 'ਚ ਕਿਸੇ ਨਾਲ ਕੋਈ ਲਗਾਵ ਨਹੀਂ। ਇਹ ਆਪਣੇ ਹਿਰਦੇ 'ਚ ਉਦਾਸੀਨ ਬਿਰਤੀ ਧਾਰਨ ਕਰਕੇ ਰੱਖਦੇ ਹਨ। ਇਨ ਕੋ ਪਿਤਾ ਬਲੀ ਭੁਜ ਭਾਰੀ, ਕਹਿੰਦੇ ਇਹਨਾਂ ਦੇ ਪਿਤਾ ਜੀ ਬੜੇ ਬਲੀ ਹੋਏ ਨੇ। ਇਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ, ਜਿਨ੍ਹਾਂ ਨੂੰ ਸਾਰੀ ਸੰਗਤ ਮੀਰੀ ਪੀਰੀ ਦਾ ਮਾਲਕ ਕਹਿੰਦੀ ਹੈ, ਉਹ ਬੜੇ ਬਲਵਾਨ, ਬੜੇ ਬਲੀ ਬਾਹੂਬਲ ਦੇ ਧਾਰਨੀ ਹੋਏ ਹਨ। ਜਿਨ ਸਮਾਨ ਨੇ ਅਪਰੇ ਅਕਾਰੀ, ਜਿਨ੍ਹਾਂ ਸਮਾਨ ਹੋਰ ਕੋਈ ਅਵਤਾਰੀ ਹੈ ਹੀ ਨਹੀਂ। ਇਹੋ ਜੇ ਮਹਾਨ ਭਾਰੀ, ਇਹੋ ਜੇ ਮਹਾਨ ਬਲੀ ਸਤਿਗੁਰੂ। ਉਹਨਾਂ ਦੇ ਸਰੀਰ ਦੀ ਕੱਦ ਕਾਠੀ ਵੀ ਐਡੀ ਉੱਚੀ ਲੰਮੀ ਸੀ ਕਿ ਉਹਨਾਂ ਦੇ ਸਰੀਰ ਵਰਗਾ ਕਿਸੇ ਦਾ ਸਰੀਰ ਨਹੀਂ ਹੋਇਆ। ਸੁੰਦਰ ਸ਼ੁਭ ਸਰਬੰਗ ਬਿਲੰਦ, ਉਹ ਵੀ ਬੜੇ ਸੁੰਦਰ ਸਨ, ਸਾਰੇ ਅੰਗਾਂ ਕਰਕੇ ਸੁੰਦਰ ਸਨ। ਜਿਹੜੇ ਪੁਰਾਣੇ ਸਿੱਖ ਨੇ, ਜਿਨ੍ਹਾਂ ਨੇ ਦਰਸ਼ਨ ਵੀ ਕੀਤੇ ਹੋਏ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਉਹ ਕਹਿੰਦੇ ਜੀ ਬੜੇ ਸੁੰਦਰ ਸਨ 6ਵੇਂ ਪਾਤਸ਼ਾਹ। ਸਰਬ ਅੰਗਾਂ ਕਰਕੇ ਬੜੀ ਸੁੰਦਰਤਾ ਸੀ ਉਹਨਾਂ ਦੇ ਸਰੀਰ ਵਿੱਚ। ਮਹਿਦ ਜੁਤ ਜੈ ਤਾਰਿਪ ਬ੍ਰਿੰਦ, ਔਰ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਵਰਗਾ ਯੋਧਾ ਕੋਈ ਨਹੀਂ ਸੀ ਜਿੱਤਣ ਵਾਲਾ। ਉਹ ਬੜੇ ਵੱਡੇ ਯੋਧੇ ਨੇ, ਔਰ ਯੋਧੇ ਬਣ ਕੇ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕੀਤੀ, ਦੁਸ਼ਮਣਾਂ ਤੇ ਫਤਿਹ ਪ੍ਰਾਪਤ ਕੀਤੀ ਹੈ। ਸ਼੍ਰੀ ਗੁਰੂ ਹਰਗੋਬਿੰਦ ਸੁਖ ਕੰਦ, ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਸੁੱਖਾਂ ਦੇ ਮੂਲ ਨੇ, ਦੁਨੀਆ ਦੇ ਸਾਰੇ ਸੁੱਖ ਜਿਨ੍ਹਾਂ ਦੇ ਸਰੂਪ ਚੋਂ ਪੈਦਾ ਹੁੰਦੇ ਹਨ। ਤਿਨ ਕੇ ਸੁਤ ਗੁਣ ਧਰੇ ਮਨਿੰਦ, ਇਹ ਅੱਗੋਂ ਉਹਨਾਂ ਦੇ ਸਾਹਿਬਜ਼ਾਦੇ ਨੇ, ਸਭ ਤੋਂ ਛੋਟੇ ਸਪੁੱਤਰ ਨੇ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ। ਇਹਨਾਂ ਵਿੱਚ ਸਾਰੇ ਗੁਣ ਉਹੀ ਨੇ ਜੋ ਇਹਨਾਂ ਦੇ ਪਿਤਾ ਜੀ ਵਿੱਚ ਸਨ। ਜੋ ਗੁਣ ਇਹਨਾਂ ਦੇ ਪਿਤਾ ਜੀ ਵਿੱਚ ਸਨ, ਉਹੀ ਗੁਣ ਇਹਨਾਂ ਦੇ ਸਰੂਪ ਵਿੱਚ ਨੇ। ਇਹਨਾਂ ਦਾ ਚਿਹਰਾ ਮੋਹਰਾ ਵੀ ਆਪਣੇ ਪਿਤਾ ਜੀ ਵਾਂਗਰ ਹੈ, ਇਹਨਾਂ ਦੀ ਕੱਦ ਕਾਠੀ ਵੀ ਆਪਣੇ ਪਿਤਾ ਜੀ ਵਾਂਗਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਕੱਦ ਕਾਠ ਬਹੁਤ ਲੰਬਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਸਰੀਰ ਕਰਕੇ ਪਹਿਲੇ ਨੰਬਰ ਤੇ ਬਲੀ ਹੋਏ ਨੇ 10 ਗੁਰੂਆਂ ਚੋਂ, ਤੇ ਦੂਜੇ ਸਥਾਨ ਤੇ ਸਰੀਰ ਕਰਕੇ ਬਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨ। ਜਿੰਨਾ ਉੱਚਾ ਲੰਮਾ ਕੱਦ ਕਾਠ ਗੁਰੂ ਹਰਗੋਬਿੰਦ ਸਾਹਿਬ ਦਾ ਸੀ, ਓਨੀ ਕੱਦ ਕਾਠੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੀ। ਤੋ ਇਸ ਕਰਕੇ ਸਿੱਖ ਕਹਿ ਰਹੇ ਨੇ, ਕਹਿੰਦੇ ਜੀ ਆਪਣੇ ਪਿਤਾ ਵਾਂਗਰ ਹੀ ਇਹਨਾਂ ਦਾ ਸਰੂਪ ਹੈ, ਉਹਨਾਂ ਵਰਗਾ ਹੀ ਚਿਹਰਾ ਮੋਹਰਾ ਹੈ, ਉਹਨਾਂ ਜੈਸਾ ਹੀ ਬਲਵਾਨ ਸਰੀਰ ਹੈ। ਛਪੇ ਰਹੇ ਨੇ ਆਪ ਜਨਾਇਓ, ਪਰ ਵੇਖੋ ਲੁਕ ਕੇ ਰਹੇ ਨੇ, ਗੁਪਤ ਰਹੇ ਨੇ। ਇਹਨਾਂ ਨੇ ਆਪਣਾ ਆਪ ਨਹੀਂ ਜਣਾਇਆ, ਆਪਣਾ ਆਪ ਪ੍ਰਗਟ ਨਹੀਂ ਕੀਤਾ। ਭੇਦ ਨਹੀਂ ਕਿਨੂੰ ਸਿੱਖ ਪਾਇਓ, ਕਿਸੇ ਸਿੱਖ ਨੇ ਇਹਨਾਂ ਦਾ ਭੇਦ ਨਹੀਂ ਪਾਇਆ, ਕਿਸੇ ਸਿੱਖ ਨੇ ਇਹਨਾਂ ਦਾ ਭੇਦ ਨਹੀਂ ਜਾਣਿਆ। ਸਿੱਖ ਸ਼ਰਦਾਇਤ ਪਤਾ ਬਤਾਵਾ, ਪਰ ਹੁਣ ਪ੍ਰਗਟ ਹੋਏ ਨੇ ਉਹ ਵੀ ਆਪਣੇ ਸਿੱਖ ਦੀ ਸ਼ਰਧਾ ਰੱਖਣ ਵਾਸਤੇ, ਕਿ ਕਿਤੇ ਸਾਡੇ ਸਿੱਖ ਦੀ ਸ਼ਰਧਾ ਟੁੱਟ ਨਾ ਜਾਏ। ਆਪਣੇ ਸਿੱਖ ਭਾਈ ਮੱਖਣ ਸ਼ਾਹ ਦੀ ਸ਼ਰਧਾ ਰੱਖਣ ਵਾਸਤੇ, ਉਹਦੀ ਭਾਵਨਾ ਪੂਰੀ ਕਰਨ ਵਾਸਤੇ ਮਹਾਰਾਜ ਜੀ ਨੇ ਉਹਨੂੰ ਪਤਾ ਦੱਸਿਆ ਹੈ। ਸਾਗਰ ਵਿਖੇ ਜਹਾਜ ਲੰਗਾਵਾ, ਇਹ ਪਤਾ ਤਾਂ ਦੱਸਿਆ ਕਿ ਸਿੱਖ ਦੀ ਸ਼ਰਧਾ ਬਣੀ ਰਹੇ। ਉਹਨੂੰ ਦੱਸਿਆ ਭਾਈ ਮੱਖਣ ਸ਼ਾਹ ਨੂੰ ਕਿ ਸਮੁੰਦਰ ਵਿੱਚ ਅਸੀਂ ਤੇਰਾ ਜਹਾਜ਼ ਕਿਨਾਰੇ ਲਾਇਆ, ਅਸੀਂ ਤੇਰੇ ਜਹਾਜ਼ ਨੂੰ ਬੰਨੇ ਲਾਇਆ ਹੈ। ਜਾਂ ਤੇ ਜ਼ਾਹਰ ਭਏ ਜਹਾਨ, ਇਸ ਕਰਕੇ ਜਹਾਨ ਵਿੱਚ ਜ਼ਾਹਰ ਹੋਏ ਨੇ, ਨਹੀਂ ਤਾਂ ਇਹਨਾਂ ਨੇ ਤਾਂ ਪ੍ਰਗਟ ਹੀ ਨਹੀਂ ਸੀ ਹੋਣਾ, ਅਲੋਪ ਹੀ ਹੋ ਕੇ ਰਹਿਣਾ ਸੀ। ਇਹ ਤਾਂ ਆਪਣੇ ਸਿੱਖ ਦੀ ਸ਼ਰਧਾ ਰੱਖਣ ਵਾਸਤੇ, ਭਾਵਨਾ ਰੱਖਣ ਵਾਸਤੇ ਉਹਨੂੰ ਜਹਾਜ਼ ਦਾ ਪਤਾ ਟਿਕਾਣਾ ਦੱਸਿਆ, ਉਹਦੀ ਭਾਵਨਾ ਪੂਰੀ ਕੀਤੀ ਤੇ ਪ੍ਰਗਟ ਹੋਏ ਨੇ। ਕਰੇ ਅਨੇਕ ਸਿੱਖਨ ਕਲਿਆਣ, ਸਤਿਗੁਰੂ ਜੀ ਆਪਣੇ ਅਨੇਕ ਸਿੱਖਾਂ ਦੀ ਕਲਿਆਣ ਕਰਨ ਵਾਲੇ ਨੇ, ਅਨੇਕਾਂ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਹਨ। ਇਸ ਪ੍ਰਕਾਰ ਸੰਗਤ ਦਰਸੰਤੀ, ਇਦਾਂ ਨਾਲੇ ਸਿੱਖ ਬਚਨ ਕਰਦੇ ਨੇ,
नाले सतगुरु गुरु तेग बहादुर साहब दे दर्शन करते हैं। महाराज जी दे दर्शन कर कर वारे वारे जाते ने। बदो बदी उन्हां दे मूंह तो निकलदा दर्शन देख जीवा गुर तेरा, पूरन करम होए प्रभ मेरा, दर्शन देख जीवा गुर तेरा। महाराज जी दे दर्शन परसदे, दर्शन करके वारे वारे जाते ने। कहते जी असी तां सोचिया सी भी शायद निराश ही मुड़ांगे, सानू दर्शन होने नहीं लगे पूर्ण सतगुरां दे। पर महाराज जी तुसी किरपा कीती है, दया कीती है, साडी शरधा रख लई है, सानू दर्शन दे के निहाल कीता है। इदां सिख बड़ी भावना नाल, संगत बड़ी भावना नाल सतगुरां दे दर्शन परसदी है। अनक पात वस्त्र निहर पंती, अनक भांत दे वस्त्र, बड़े बड़े सुंदर कीमती कपड़े वस्त्र, वो सतगुरु जी दे चरनां विच सिख अर्पण करदे हन। मक्खण दोए चमर जो लियावा, भाई मक्खण शाह जी जदों आए ने ना सतगुरां कोल, अज 2 चौर साहब लियाए सी नवें वधिया चिट्टे रंग दे चवर। वो जेड़े 2 चवर साहब भाई मक्खण शाह जी लैके आए सन। 2 दिश में शुभ रीत चुलावा, दोवें चवर 2 चवर बरदारां ने पकड़े ने। एक सतगुरां दे सज्जे पासे खड़ा है, एक खब्बे पासे खड़ा है। वो दोवें चवर बरदार सतगुरु नौवें पातशाह जी दे सीस ते चवर चलाउंदे ने। बड़े प्यार नाल, बड़ी भावना नाल चवर चलाउंदे हन। सिखन साथ वार्तालाप, और अपने सिखां दे नाल सतगुरु जी वार्तालाप भी कर रहे हन। सतगुर करत दिपत परताप, भाई मक्खण शाह जी भी सारे सिखां नाल वार्तालाप करदे, कल्ले कल्ले सिख नूं दसदे ने। कहंदे यही पूरे सतगुरु ने, इन्हां ने मेरी भावना पूरी कीती, मेरा डुबदा जहाज बन्ने इन्हां ने लाया, इन्हां ने मेरे हिरदे दी जान के मैनू वचन कहे ने। आ जेड़े बाहर 22 मंजियां वाले बैठे तां पखंडी ढोंगी ने, इन्हां चों कोई पूरा नहीं। इदां भाई मक्खण शाह कल्ले कल्ले सिख नूं दसदा है और सतगुरां दा वड्डा भारी प्रताप ओनू प्रगट करदा है। सब सोडी के नर तै आए, जदों गुरु तेग बहादुर साहब दी पूजा होण लगी, सत्कार होण लगा, उधर जेड़े सोढी होर सी 22 मंजियां वाले, उन्हां दे चेले चपटे आ गए, जेड़े उन्हां दे मसंद सी, उन्हां दे कोल रह के उन्हां दा खांदे सी। जेड़े कहंदे सी साडी बुक्कल विच गुरु है, जिहनूं चाहे मर्जी गुरु बना दईए। ਉਹ ਜਿਹੜੇ ਸੋਢੀਆਂ ਦੇ ਬਾਕੀ ਜਿੰਨੇ ਮਸੰਦ ਸੀ ਨਾ, ਉਹ ਸਾਰੇ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਵੇਖਣ ਵਾਸਤੇ ਕਿ ਆਪਾਂ ਵੀ ਚੱਲ ਕੇ ਵੇਖੀਏ ਉੱਥੇ ਕੀ ਹੋ ਰਿਹਾ, ਤਮਾਸ਼ਾ ਵੇਖਣ ਵਾਸਤੇ ਇਦਾਂ ਚੱਲ ਕੇ ਆਏ ਹਨ। ਦੇਖ ਦੇਖ ਮਨ ਅਨਖ ਬੜਾਏ, ਜਦੋਂ ਆ ਕੇ ਵੇਖਦੇ ਨੇ ਵੀ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਬੜੀ ਪੂਜਾ ਹੋ ਰਹੀ ਹੈ, ਸੈਂਕੜੇ ਸਿੱਖ ਨਮਸਕਾਰਾਂ ਕਰ ਰਹੇ ਨੇ, ਭੇਟਾਵਾਂ ਭੇਟ ਕਰ ਰਹੇ ਨੇ। ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖਦੇ ਨੇ, ਵੇਖ ਵੇਖ ਕੇ ਉਹਨਾਂ ਦੇ ਮਨ 'ਚ ਅਣਖ ਜਾਗਦੀ, ਵੇਖ ਵੇਖ ਕੇ ਉਹਨਾਂ ਦੇ ਮਨ 'ਚ ਈਰਖਾ ਜਾਗਦੀ ਹੈ। ਜਿਉਂ ਜਿਉਂ ਬਹੁਤ ਉਪਾਇਨ ਆਵੇ, ਜਿਵੇਂ ਜਿਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਆ ਰਹੀਆਂ ਨੇ, ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰ ਰਹੀ ਹੈ। ਸੰਗਤ ਸਗਰੀ ਉਸਤਤ ਸੁਣਾਵੇ, ਔਰ ਸਾਰੀ ਸੰਗਤ ਮਹਾਰਾਜ ਜੀ ਦੀ ਉਸਤਤ ਕਰਦੀ ਹੈ, ਮਹਾਰਾਜ ਜੀ ਦੀ ਉਪਮਾ ਕਰਦੀ ਹੈ। ਦਰਬ ਅਗਾਰੀ ਬ੍ਰਿੰਦ ਦਿਸਾਵੇ, ਫਿਰ ਅੱਗੇ ਮਹਾਰਾਜ ਜੀ ਦੇ ਰੁਪਈਆਂ ਦੇ ਢੇਰ ਲੱਗੇ ਪਏ ਨੇ ਨੌਵੇਂ ਪਾਤਸ਼ਾਹ ਦੇ। ਮਾਇਆ ਤਾਂ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੈ ਨਾ। ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰਹਿ ਨਮਸਕਾਰਾ, ਸੱਚਖੰਡ ਵਸੈ ਨਿਰੰਕਾਰਾ। ਏਦਾਂ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੁਣ ਰੁਪਈਆਂ ਦੇ ਢੇਰ ਲੱਗੇ ਪਏ ਨੇ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ 'ਚੋਂ ਮਸੰਦ ਵੇਖਦੇ ਨੇ, ਜਿਹੜੇ ਦੂਜੇ ਸੋਢੀਆਂ ਦੇ ਮਸੰਦ ਨੇ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰੁਪਈਆਂ ਦੇ ਹੋਰ ਵਸਤੂਆਂ ਦੇ ਢੇਰ ਲੱਗੇ ਵੇਖ ਰਹੇ ਨੇ। ਤਿਉਂ ਤਿਉਂ ਮਤ ਸਰ ਅਦ ਕੇ ਉਪਾਵੇ, ਜਿਵੇਂ ਜਿਵੇਂ ਸਤਿਗੁਰਾਂ ਦੀ ਵਡਿਆਈ ਵੇਖਦੇ ਨੇ, ਤਿਵੇਂ ਤਿਵੇਂ ਉਹਨਾਂ ਦੇ ਮਨ 'ਚ ਮਤਸਰ, ਈਰਖਾ, ਦਵੈਸ਼ ਉਹ ਵੱਧਦੀ ਚਲਦੀ ਜਾ ਰਹੀ ਹੈ। ਇਸ ਕੋ ਮਾਨਤ ਹੁਤੋ ਨ ਕੋਏ, ਆਪਸ ਵਿੱਚ ਗੱਲਾਂ ਕਰਦੇ ਮਸੰਦ ਮਨਾਂ 'ਚ ਸੋਚਦੇ ਨੇ, ਕਹਿੰਦੇ ਇਹਨੂੰ ਤਾਂ ਕੋਈ ਮੰਨਦਾ ਹੀ ਨਹੀਂ ਸੀ,
ਅਸੀਂ ਤਾਂ ਬਾਹਰ ਜਿਹੜੀਆਂ 22 ਮੰਜੀਆਂ ਲੱਗੀਆਂ ਉਹਨਾਂ ਦੀ ਪੂਜਾ ਕਰਵਾ ਰਹੇ ਸੀ। ਇਹਨਾਂ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ, ਨਾ ਇਹਨਾਂ ਨੂੰ ਕੋਈ ਮੰਨਦਾ ਸੀ। ਗੁਰਤਾ ਉਚਿਤ ਨ ਕੈਸੇ ਸੋਏ। ਇਹ ਤਾਂ ਗੁਰਤਾ ਗੱਦੀ ਦੇ ਯੋਗ ਹੀ ਨਹੀਂ। ਉਹ ਜਿਹੜੇ ਮਸੰਦ ਨੇ ਇਦਾਂ ਗੱਲਾਂ ਕਰਦੇ, ਕਹਿੰਦੇ ਇਹ ਤਾਂ ਗੁਰਤਾ ਗੱਦੀ ਦੇ ਯੋਗ ਹੀ ਨਹੀਂ ਸੀ। ਇਹਨਾਂ ਨੂੰ ਤਾਂ ਕੋਈ ਨਹੀਂ ਸੀ ਮੰਨਦਾ, ਨਾ ਕੋਈ ਪੂਜਦਾ ਸੀ। ਮਿਲੇ ਨਾ ਬੋਲੇ ਕਾਹੂ ਸੰਗ। ਨਾ ਕਿਸੇ ਨਾਲ ਮਿਲਦੇ ਸੀ, ਨਾ ਕਿਸੇ ਨਾਲ ਕੋਈ ਗੱਲਬਾਤ ਕਰਦੇ ਸੀ, ਕਿਸੇ ਨਾਲ ਮੇਲ ਜੋਲ ਹੀ ਨਹੀਂ ਸੀ ਰੱਖਦੇ, ਇਕੱਲੇ ਰਹਿੰਦੇ ਸਨ। ਸਮ ਉਨਮਤ ਨਹੀਂ ਸੁਧ ਅੰਗ। ਤਾਂ ਮਸਤਾਨੇ ਜੇ ਬਣ ਕੇ ਰਹਿੰਦੇ ਸੀ, ਇੰਨੇ ਉਨਮਤ ਤੇ ਮਸਤਾਨੇ ਸੀ ਵੀ ਇਹਨਾਂ ਨੂੰ ਆਪਣੇ ਸਰੀਰ ਦੇ ਅੰਗਾਂ ਦੀ ਵੀ ਸੋਝੀ ਕੋਈ ਨਹੀਂ ਸੀ। ਆਪਣੇ ਤਨ ਤੇ ਪਾਏ ਕੱਪੜਿਆਂ ਦਾ, ਵਸਤਰਾਂ ਦਾ ਵੀ ਖਿਆਲ ਕੋਈ ਨਹੀਂ ਸੀ। ਸਬਨ ਚੋਰ ਏ ਗੁਰੂ ਬਨਾਵਾ। ਪਰ ਆਹ ਵੇਖੋ ਮੱਖਣ ਸ਼ਾਹ ਨੇ ਪਤਾ ਨਹੀਂ ਕੀ ਕੀਤਾ ਹੈ। ਬਾਹਰ 22 ਮੰਜੀਆਂ ਲੱਗੀਆਂ ਸੋਢੀਆਂ ਦੀਆਂ, ਏਡੇ ਵਧੀਆ ਸੋਢੀ ਨੇ, ਉਹਨਾਂ ਸਾਰਿਆਂ ਨੂੰ ਛੱਡ ਕੇ ਇਸ ਮਸਤਾਨੇ ਨੂੰ ਗੁਰੂ ਬਣਾ ਦਿੱਤਾ, ਜਿਹੜਾ ਹਰ ਪੱਖ ਤੋਂ ਮਸਤਾਨਾ ਸੀ। ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ, ਬੋਲਦਾ ਚਾਲਦਾ ਨਹੀਂ ਸੀ, ਉਹਨੂੰ ਮੱਖਣ ਸ਼ਾਹ ਨੇ ਗੁਰੂ ਬਣਾ ਦਿੱਤਾ ਹੈ। ਜਿਸ ਕੋ ਲਖਿਓ ਨ ਜਾਏ ਸੁਭਾਵਾ। ਇਹਦਾ ਸੁਭਾਅ ਹੀ ਨਹੀਂ ਜਾਣਿਆ ਜਾਂਦਾ ਵੀ ਕਿਸ ਤਰ੍ਹਾਂ ਦਾ ਸੁਭਾਅ ਹੈ, ਸਮਝ ਵਿੱਚ ਹੀ ਨਹੀਂ ਆਉਂਦਾ, ਉਹਨੂੰ ਗੁਰੂ ਬਣਾ ਦਿੱਤਾ ਹੈ। ਇਹ ਮੱਖਣ ਨੇ ਦੰਭ ਬਣਾਇਓ। ਤੇ ਇਹ ਪਖੰਡ ਸਾਰਾ ਇਸ ਮੱਖਣ ਸ਼ਾਹ ਨੇ ਬਣਾਇਆ। ਮੱਖਣ ਸ਼ਾਹ ਲੁਬਾਣੇ ਨੇ ਸਾਰਾ ਪਖੰਡ ਰਚਿਆ। ਪਰ ਇਹ ਭੋਲੇ ਮਸੰਦ, ਮੂਰਖ ਮਸੰਦ ਇਹ ਨਹੀਂ ਜਾਣਦੇ ਕਿ ਅਸਲ ਵਿੱਚ ਇਹ ਗੁਰਿਆਈ ਜਿਹੜੀ ਮੱਖਣ ਸ਼ਾਹ ਨੇ ਪ੍ਰਗਟ ਨਹੀਂ ਕੀਤੀ, ਇਹ ਗੁਰਿਆਈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਦਿੱਤੀ ਹੋਈ ਹੈ। ਪਰ ਇਹ ਕਹਿੰਦੇ ਜੀ ਮੱਖਣ ਸ਼ਾਹ ਨੇ ਪਖੰਡ ਰਚਿਆ, ਇਹਨੇ ਦੰਭ ਰਚ ਕੇ ਪਖੰਡ ਰਚ ਕੇ ਇਹਨਾਂ ਨੂੰ ਪ੍ਰਗਟ ਕੀਤਾ ਹੈ। ਸਭ ਸਿੱਖਨ ਕੋ ਲਿਆਏ ਬੁਲਾਇਓ। ਸਾਰੇ ਸਿੱਖਾਂ ਨੂੰ, ਨਾਲੇ ਆਪ ਇਹਨਾਂ ਨੂੰ ਮੱਥਾ ਟੇਕਿਆ, ਭੇਟ ਕੀਤੀ ਹੈ, ਨਾਲੇ ਬਾਕੀ ਦੇ ਸਾਰੇ ਸਿੱਖਾਂ ਨੂੰ ਵੀ ਬੁਲਾ ਕੇ ਇਹਨਾਂ ਨੂੰ ਮੱਥਾ ਟਿਕਾ ਦਿੱਤਾ ਹੈ। ਇਸ ਕੋ ਕਹਿਤ ਹੋਤੇ ਮਤਵਾਨਾ। ਅਸੀਂ ਤਾਂ ਸਮਝਦੇ ਸੀ ਵੀ ਮੱਖਣ ਸ਼ਾਹ ਬੜਾ ਸਿਆਣਾ ਹੈ, ਬੜਾ ਸੂਝਵਾਨ ਹੈ, ਪਰ ਕੰਮ ਤਾਂ ਇਹਨੇ ਮੂਰਖਾਂ ਵਾਲਾ ਕੀਤਾ ਹੈ। ਉਹ ਮਸੰਦ ਗੱਲਾਂ ਕਰਦੇ, ਕਹਿੰਦੇ ਜੀ ਅਸੀਂ ਤਾਂ ਇਹਨੂੰ ਬੜਾ ਸਿਆਣਾ ਸਮਝਦੇ ਸੀ, ਮੱਖਣ ਸ਼ਾਹ ਨੂੰ ਬੜਾ ਸੂਝਵਾਨ ਸਮਝਦੇ ਸੀ। ਦੇਖਿਓ ਯਾ ਤੇ ਮਹਿਤ ਅਜਾਨਾ। ਪਰ ਅਸੀਂ ਤਾਂ ਇਹਦੇ ਵਰਗਾ ਕੋਈ ਅਣਜਾਣ ਬੰਦਾ ਨਹੀਂ ਵੇਖਿਆ, ਇਹਦੇ ਵਰਗਾ ਤਾਂ ਕੋਈ ਮੂਰਖ ਹੀ ਨਹੀਂ ਹੋਣਾ ਵੀ ਜਿਹਨੇ ਇੱਕ ਮਸਤਾਨੇ ਨੂੰ ਗੁਰੂ ਬਣਾ ਦਿੱਤਾ, ਜਿਹੜਾ ਮਸਤ ਰਹਿੰਦਾ ਉਹਨੂੰ ਗੁਰੂ ਬਣਾ ਦਿੱਤਾ ਹੈ। ਕਹਿੰਦੇ ਅਸੀਂ ਤਾਂ ਇਹਦੇ ਵਰਗਾ ਮੂਰਖ ਦੀ ਕੋਈ ਵੇਖਿਆ ਹੋਣਾ। ਅਪਰ ਸਬਨ ਕੋ ਕੀਨ ਅਨਾਦਰ। ਬਾਕੀ ਜਿੰਨੇ ਸੋਢੀ ਨੇ ਉਹਨਾਂ ਸਾਰਿਆਂ ਦਾ ਇਹਨੇ ਅਨਾਦਰ ਕਰਕੇ ਗੁਰੂ ਤੇਗ ਬਹਾਦਰ ਦਾ ਸਤਿਕਾਰ ਪ੍ਰਗਟ ਕੀਤਾ ਹੈ। ਧੀਰ ਮਲ ਤੇ ਆਦਮਾਨ। ਹੁਣ ਧੀਰ ਮਲ ਦੀ ਕੋਈ ਛੋਟੀ ਅਵਸਥਾ? ਬਾਬਾ ਧੀਰ ਮਲ ਜੀ ਏਡੇ ਵੱਡੇ ਕਰਾਮਾਤੀ, ਅਜਮਤੀ, ਏਡੇ ਵੱਡੇ ਮਹਾਂਪੁਰਖ ਨੇ, ਉਹਨਾਂ ਦਾ ਸਤਿਕਾਰ ਨਹੀਂ ਕੀਤਾ ਮੱਖਣ ਸ਼ਾਹ ਨੇ। ਉਹਨਾਂ ਕੋਲ ਨਹੀਂ ਗਿਆ, ਉਹਨਾਂ ਨੂੰ ਪ੍ਰਗਟ ਕਰਨ ਦੀ ਬਜਾਏ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕੀਤਾ ਹੈ। ਜਿਸ ਕੋ ਮਾਨੇ ਸਕਲ ਜਾਨ। ਇਹ ਬਾਬਾ ਧੀਰ ਮਲ ਦੀ ਕੋਈ ਛੋਟੀ ਹਸਤੀ ਨੇ? ਜਿਹੜੇ ਧੀਰ ਮਲ ਦੇ ਮਸੰਦ ਸੀ ਉਹਦੀ ਉਪਮਾ ਕਰਦੇ, ਕਹਿੰਦੇ ਧੀਰ ਮਲ ਦੀ ਕੋਈ ਛੋਟੀ ਹਸਤੀ ਹੈ ਜਿਹਨੂੰ ਸਾਰਾ ਜਹਾਨ ਮੰਨਦਾ ਹੈ, ਸਾਰਾ ਸੰਸਾਰ ਮੰਨਦਾ ਹੈ। ਤਿਨ ਕੇ ਹੋਵਤ ਇਸ ਟਿਗ ਆਏ। ਉਹਨਾਂ ਦੇ ਹੁੰਦਿਆਂ ਹੋਇਆਂ, ਬਾਬੇ ਧੀਰ ਮਲ ਦੇ ਹੁੰਦਿਆਂ ਹੋਇਆਂ, ਤੇ ਮੱਖਣ ਸ਼ਾਹ ਉਹਨਾਂ ਨੂੰ ਛੱਡ ਕੇ ਇਹਨਾਂ ਦੇ ਕੋਲ ਆ ਗਿਆ ਹੈ। ਤਰੇ ਉਪਾਇਨ ਪੂਜੈ ਪਾਏ। ਔਰ ਇਹਨਾਂ ਦੇ ਪੈਰਾਂ ਵਿੱਚ ਲਿਆ ਕੇ ਪਿਠਾਵਾਂ ਭੇਟ ਕਰਕੇ ਇਹਨਾਂ ਦੇ ਚਰਨਾਂ ਨੂੰ ਪੂਜ ਰਿਹਾ ਹੈ। ਕਥੰ ਅਨੀਤ ਸਹਾਰੇ ਸੋਏ। ਹੁਣ ਇਹੋ ਜਿਹਾ ਅਨੀਤੀ ਵਾਲਾ ਕੰਮ ਮੱਖਣ ਸ਼ਾਹ ਦਾ ਕੌਣ ਸਹਾਰੇਗਾ? ਅਸੀਂ ਤਾਂ ਨਹੀਂ ਜਰਦੇ ਮੱਖਣ ਸ਼ਾਹ ਦੀ ਇਸ ਕਰਤੂਤ ਨੂੰ, ਸਾਡੇ ਕੋਲੋਂ ਤਾਂ ਨਹੀਂ ਜਰੀ ਜਾਂਦੀ। ਜੋ ਮੱਖਣ ਸ਼ਾਹ ਨੇ ਆ ਅਨੀਤੀ ਕੀਤੀ, ਕੌਣ ਸਹਾਰੇਗਾ? ਇਮ ਤੋ ਚਾਹੇ ਜੋ ਗੁਰ ਸੋ ਹੋਏ। ਇਦਾਂ ਤਾਂ ਜਿਹੜਾ ਕਿਹੜਾ ਮਰਜ਼ੀ ਗੁਰੂ ਬਣ ਜਾਇਆ ਕਰੇਗਾ। ਜੇ ਇਦਾਂ ਦੀ ਹਾਲਤ ਰਹੀ ਤੇ ਜਿਹੜਾ ਕਿਹੜਾ ਮਰਜ਼ੀ ਗੁਰੂ ਬਣ ਜਾਇਆ ਕਰੇਗਾ। ਅਸੀਂ ਨਹੀਂ ਇਹ ਗੱਲ ਸਹਾਰ ਸਕਦੇ, ਅਸੀਂ ਨਹੀਂ ਇਹ ਗੱਲ ਸਹਿ ਸਕਦੇ। ਅਸ ਕੈ ਨਿੰਦਕ ਬਹੁਤ ਰਿਸਾਏ। ਤਾਂ ਉਹ ਮਸੰਦ ਨਾਲੇ ਗੱਲਾਂ ਕਰਦੇ, ਨਾਲੇ ਸਤਿਗੁਰਾਂ ਦੀ ਨਿੰਦਾ ਕਰਦੇ, ਨਾਲੇ ਮੱਖਣ ਸ਼ਾਹ ਨੂੰ ਮਾੜਾ ਕਹਿੰਦੇ ਨੇ। ਜਾਏ ਸਬਨ ਸੋ ਢੀਨ ਜਨਾਏ। ਉਹ ਜਾ ਕੇ ਸੋਢੀਆਂ ਨੂੰ ਦੱਸਦੇ, ਜਿਹੜੇ 22 ਮੰਜੀਆਂ ਵਾਲੇ ਸੀ, ਜਿਨ੍ਹਾਂ ਦੇ ਚੇਲੇ ਸੀ,
ਆਪਣੇ ਆਪਣੇ ਸੋਢੀਆਂ ਦੇ ਕੋਲ ਜਾ ਕੇ ਜਣਾਉਂਦੇ ਨੇ, ਉਹਨਾਂ ਨੂੰ ਜਾ ਕੇ ਦੱਸਦੇ ਨੇ बने बनाए सब तुम रहो। ਕਹਿੰਦੇ ਜੀ ਤੁਸੀਂ ਤਾਂ ਬਣੇ ਬਣਾਏ ਰਹਿ ਗਏ, ਤੁਸੀਂ ਤਾਂ ਨਾਤੇ ਧੋਤੇ ਹੀ ਰਹਿ ਗਏ, ਪੂਜਾ ਕਿਸੇ ਹੋਰ ਦੀ ਹੋਣ ਲੱਗ ਪਈ ਹੈ, ਵਡਿਆਈ ਕਿਸੇ ਹੋਰ ਦੀ ਹੋਣ ਲੱਗ ਪਈ ਹੈ, ਤੁਸੀਂ ਤਾਂ ਬਣੇ ਬਣਾਈ ਰਹਿ ਗਏ ਹੋ। अब ते आगे भेंट न चाहो। ਹੁਣ ਅੱਗੋਂ ਤੋਂ ਭੇਟਾਂ ਦਾ ਖਿਆਲ ਛੱਡ ਦਿਓ, ਆ ਗਈਆਂ ਜਿਹੜੀਆਂ ਭੇਟਾਵਾਂ ਹੁਣ ਤੱਕ ਤੁਹਾਡੇ ਕੋਲ ਆਉਣੀਆਂ ਸੀ, ਹੁਣ ਅੱਗੋਂ ਨਹੀਂ ਕੋਈ ਭੇਟਾ ਆਉਂਦੀ, ਤੁਹਾਡੇ ਕੋਲ ਕੋਈ ਚੜਾਵਾ ਨਹੀਂ ਆਉਂਦਾ। श्री गुरु हर गोविंद को नंद। ਕਿਉਂ? ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਪੁੱਤਰ ਸੀ, ਜਿਨ੍ਹਾਂ ਨੂੰ ਤੁਸੀਂ ਭੋਲਾ ਕਹਿੰਦੇ ਸੀ, ਜਿਹਨੂੰ ਤੁਸੀਂ ਮਸਤਾਨਾ ਕਹਿੰਦੇ ਸੀ, ਜਿਹਨੂੰ ਤੁਸੀਂ ਉਨਮੱਤ ਕਹਿੰਦੇ ਸੀ, ਉਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ। सब ते लघु पद चाहे बिलंद। ਉਹ ਹਾਲਾਂਕਿ ਸਾਰਿਆਂ ਤੋਂ ਛੋਟੇ ਨੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਸੀ, ਉਹਨਾਂ ਸਾਰਿਆਂ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ, ਪਰ ਫਿਰ ਵੀ ਉਹ ਬਿਲੰਦ ਪਦਵੀ, ਉੱਚੀ ਪਦਵੀ ਨੂੰ ਚਾਹੁੰਦੇ ਹਨ। तिस ते बड़े 400 ते आन। ਉਹਨਾਂ ਤੋਂ ਵੱਡੇ 4 ਪੁੱਤਰ ਹੋਰ ਸੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਟਲ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਤਾਂ 5ਵੀਂ ਥਾਂ ਤੇ ਨੇ, ਉਹਨਾਂ ਤੋਂ ਵੱਡੇ ਪਹਿਲਾਂ ਵੀ ਉਹਨਾਂ ਦੇ 4 ਭਰਾ ਨੇ, ਗੁਰੂ ਹਰਗੋਬਿੰਦ ਸਾਹਿਬ ਦੇ 4 ਪੁੱਤਰ ਹੋਰ ਨੇ। सबन उलंगत बैठे सोए। ਉਹਨਾਂ ਸਾਰਿਆਂ ਨੂੰ ਲੰਘ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਗੁਰੂ ਬਣ ਕੇ ਬਹਿ ਗਏ ਨੇ, ਗੁਰਤਾ ਗੱਦੀ ਦੇ ਮਾਲਕ ਬਣ ਗਏ ਨੇ। तेग बहादुर मस्त जो होए। ਗੁਰੂ ਤੇਗ ਬਹਾਦਰ ਜਿਹੜੇ ਬੜੇ ਮਸਤ ਤੇ ਮਸਤਾਨੇ ਨੇ, ਉਹ ਗੁਰੂ ਬਣ ਬੈਠੇ ਨੇ। अंतर्गत मक्खन मिल गयो। ਅੰਦਰ ਗਾਤੀ ਪਤਾ ਲੱਗਾ ਵੀ ਅੰਦਰ ਖਾਤੇ ਮੱਖਣ ਸ਼ਾਹ ਵੀ ਉਹਨਾਂ ਨਾਲ ਮਿਲ ਗਿਆ। ਹੋ ਸਕਦਾ ਮੱਖਣ ਸ਼ਾਹ ਨੇ ਨਾਲ ਹਿੱਸਾ ਰੱਖ ਲਿਆ ਹੋਵੇ, ਜਿਵੇਂ ਅਸੀਂ ਤੁਹਾਡੇ ਨਾਲ ਹਿੱਸਾ ਰੱਖਿਆ। ਜਗਦਾ ਮੱਖਣ ਸ਼ਾਹ ਦਾ ਵੀ ਕੋਈ ਹਿੱਸਾ ਬਣ ਗਿਆ ਉਹਨਾਂ ਦੇ ਨਾਲ, ਅੰਦਰ ਗਤੀ ਮੱਖਣ ਸ਼ਾਹ ਵੀ ਉਹਨਾਂ ਨਾਲ ਜਾ ਰਲਿਆ। महापखंड उठावन कियो। ਉਹਨੇ ਬੜਾ ਵੱਡਾ ਮਹਾ ਪਖੰਡ ਉਠਾਇਆ, ਪਖੰਡ ਰਚਿਆ ਹੋਇਆ ਹੈ। सुनत सबन सोढीन विचारा। ਇਹ ਗੱਲ ਸਾਰੇ ਸੋਢੀਆਂ ਨੇ ਸੁਣੀ, ਜਿੰਨੇ ਸੋਢੀ ਸਨ ਸਾਰਿਆਂ ਨੇ ਸੁਣ ਕੇ ਵਿਚਾਰ ਕੀਤੀ। कब न उठावे गुरता भारा। ਕਹਿੰਦੇ ਜੀ ਗੁਰਤਾ ਗੱਦੀ ਦਾ ਜਿਹੜਾ ਭਾਰ ਹੈ ਉਹ ਕਿੱਥੇ ਚੁੱਕ ਲੈਣਗੇ, ਉਹ ਕਿੱਥੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ ਲੈਣਗੇ, ਨਾਲੇ ਉਹ ਸਾਰਿਆਂ ਤੋਂ ਛੋਟੇ। ਅਸੀਂ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ, ਬਾਬਾ ਗੁਰਦਿੱਤਾ ਸੂਰਜਮਲ ਜੀ ਹੋਣੀ, ਅਸੀਂ ਤਾਂ ਉਹਨਾਂ ਦੀ ਅੰਸ਼-ਵੰਸ਼ ਚੋਂ ਸਾਡਾ ਹੱਕ ਜ਼ਿਆਦਾ ਬਣਦਾ, ਉਹ ਤਾਂ ਛੋਟੇ ਨੇ, ਉਹ ਕਿੱਥੇ ਗੁਰਿਆਈ ਦਾ ਭਾਰ ਸਹਾਰ ਲੈਣਗੇ। लेन देन की अकल न कोई। ਨਾ ਉਹਨਾਂ ਨੂੰ ਲੈਣ ਦੀ ਅਕਲ, ਨਾ ਦੇਣ ਦੀ ਅਕਲ। ਲੈਣ ਦੇਣ ਦੀ ਅਕਲ ਤਾਂ ਉਹਨਾਂ ਨੂੰ ਹੈ ਹੀ ਨਹੀਂ। बोल बे की समरथ न होई। ਤੇ ਨਾ ਹੀ ਉਹਨਾਂ ਵਿੱਚ ਕੁਝ ਬੋਲਣ ਦੀ ਸਮਰੱਥਾ, ਨਾ ਉਹ ਕਿਸੇ ਨਾਲ ਕੋਈ ਗੱਲਬਾਤ ਕਰਦੇ ਨੇ, ਗੱਲ ਵੀ ਉਹਨਾਂ ਨੂੰ ਕੋਈ ਨਹੀਂ ਕਰਨੀ ਆਉਂਦੀ। सिखन को दे भो उपदेश। ਔਰ ਉਹ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਹਾਂਜੀ। इत्यादक को लखे न लेश। ਔਰ ਆਪਣੇ ਛੱਡਤੀ ਕਹਿੰਦੇ ਵੀ ਉਹ ਆਪਣੇ ਸਿੱਖਾਂ ਨੂੰ ਉਹਨਾਂ ਨੂੰ ਲੈਣ ਦੇਣ ਦੀ ਅਕਲ ਲਈ, ਨਾ ਹੀ ਆਪਣੇ ਸਿੱਖਾਂ ਨਾਲ ਕੋਈ ਗੱਲ ਕਰਦੇ ਨੇ, ਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਕਿਵੇਂ ਦੇਣਗੇ ਜੇ ਬੋਲ ਹੀ ਨਹੀਂ ਸਕਦੇ, ਤੇ ਉਹ ਆਪਣੇ ਸਿੱਖਾਂ ਨੂੰ ਉਪਦੇਸ਼ ਕਿਵੇਂ ਦੇਣਗੇ। करे मौन कर बैठे रहे। ਔਰ ਉਹ ਮੌਨ ਧਾਰ ਕੇ, ਚੁੱਪ ਧਾਰਨ ਕਰਕੇ ਘਰ 'ਚ ਬੈਠੇ ਰਹਿਣਗੇ। ਤੇ ਜਿਹੜਾ ਬੰਦਾ ਚੁੱਪ ਕਰਕੇ ਬੈਠਾ ਰਹੇ, ਉਹ ਗੁਰੂ ਕਿਵੇਂ ਹੋ ਸਕਦਾ? ਗੁਰੂ ਤਾਂ ਉਹ ਹੈ ਜਿਹੜਾ ਉਪਦੇਸ਼ ਦੇਵੇ, ਸਿੱਖਾਂ ਨੂੰ ਗੱਲਾਂ ਸੁਣਾਵੇ, ਉਹਨਾਂ ਨੂੰ ਭਗਤੀ ਦੀਆਂ ਗੱਲਾਂ ਸੁਣਾਵੇ। ਜਿਹੜਾ ਗੁਰੂ ਚੁੱਪ ਕਰਕੇ ਬੈਠਾ ਰਹੇ, ਉਹ ਗੁਰੂ ਕਿਵੇਂ ਬਣ ਸਕਦਾ? ਉਹ ਗੁਰੂ ਕਿਵੇਂ ਹੋ ਸਕਦਾ ਹੈ? जग व्यवहार कथम सो लए। ਜਗਤ ਦਾ ਜਿਹੜਾ ਵਿਵਹਾਰ ਹੈ ਉਹ ਕਿਵੇਂ ਲੈਣਗੇ? ਜਗਤ ਦੇ ਜਿਹੜੇ ਵਿਵਹਾਰ ਨੂੰ ਉਹ ਕਿਵੇਂ ਸਮਝਣਗੇ? ਉਹਨਾਂ ਨੂੰ ਤਾਂ ਪਤਾ ਹੀ ਨਹੀਂ ਦੁਨੀਆਦਾਰੀ ਦਾ। ਇੱਕ ਮੱਖਣ ਕੀ ਦਿਸ਼ ਕੋ ਦੇਖ। ਹੁਣ ਇਹ ਜਿਹੜੀ ਲੋਕ ਆਈ ਉਹਨਾਂ ਨੂੰ ਮੱਥਾ ਟੇਕ ਰਹੀ ਹੈ, ਦਰਅਸਲ ਇਹ ਸਾਰੇ ਮੱਖਣ ਸ਼ਾਹ ਦੇ ਪਿੱਛੇ ਲੱਗੇ। ਇੱਕ ਮੱਖਣ ਸ਼ਾਹ ਨੂੰ ਉਹਨਾਂ ਦੇ ਪਿੱਛੇ ਲੱਗਿਆਂ ਵੇਖ ਕੇ ਬਾਕੀ ਦੀ ਸਾਰੀ ਸੰਗਤ ਵੀ ਉਹਨਾਂ ਦੇ ਪਿੱਛੇ ਲੱਗ ਗਈ ਹੈ। ਸੰਗਤ ਦੀਨਸ ਭੇਟ ਅਸ਼ੇਖ। ਸੰਗਤ ਨੇ ਮੱਖਣ ਸ਼ਾਹ ਨੂੰ ਵੇਖ ਕੇ ਜਿੰਨੀਆਂ ਭਟਾਵਾਂ ਨੇ, ਉਹ ਭਟਾਵਾਂ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟ ਕਰ ਦਿੱਤੀਆਂ ਹਨ।
जब ए चलियो जाए निज देश। ਮੱਖਣ ਸ਼ਾਹ ਨੇ ਕਿਹੜਾ ਇੱਥੇ ਬਹਿ ਰਹਿਣਾ ਹੈ, ਇਹਨੇ ਕਿਹੜਾ ਪੱਕਾ ਇੱਥੇ ਡੇਰਾ ਲਾਣਾ ਹੈ, ਆਖਰਕਾਰ ਇਹਨੇ ਚਲਾ ਹੀ ਜਾਣਾ ਨਾ। ਤੇ ਜਦੋਂ ਮੱਖਣ ਸ਼ਾਹ ਆਪਣੇ ਡੇਰੇ ਵਾਪਸ ਚਲਾ ਜਾਏਗਾ, ਆਪਣੇ ਦੇਸ਼ ਚਲਾ ਜਾਏਗਾ, दे उपायन को न लेश। ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਭੇਟ ਨਹੀਂ ਕਰਨੀ। ਜਦੋਂ ਮੱਖਣ ਸ਼ਾਹ ਆਪਣੇ ਦੇਸ਼ ਵਾਪਸ ਮੁੜ ਗਿਆ, ਫਿਰ ਨਹੀਂ ਕਿਸੇ ਨੇ ਉਹਨਾਂ ਨੂੰ ਮੱਥਾ ਟੇਕਣਾ, ਫਿਰ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਨਹੀਂ ਪੂਜਣਾ, ਨਾ ਹੀ ਕਿਸੇ ਨੇ ਕੋਈ ਭੇਟਾ ਭੇਟ ਕਰਨੀ ਹੈ। सब हट जे जाए न कोई। ਜਿੰਨੀ ਸੰਗਤ ਹੈ ਸਾਰੇ ਹਟ ਜਾਣ, ਕੋਈ ਉਹਨਾਂ ਕੋਲ ਨਹੀਂ ਜਾਏਗਾ। ਅੱਜ ਤੇ ਵੇਖਾ ਵੇਖੀ ਚੱਲ ਗਏ ਨੇ ਨਾ, ਮੱਖਣ ਸ਼ਾਹ ਗਿਆ ਤੇ ਉਹਨੂੰ ਵੇਖ ਕੇ ਹੋਰ ਕਈ ਚਲੇ ਗਏ ਨੇ। ਜਦੋਂ ਮੱਖਣ ਸ਼ਾਹ ਚਲਾ ਗਿਆ ਆਪਣੇ ਦੇਸ਼ ਵਾਪਸ, ਤੇ ਸੰਗਤ ਵੀ ਹਟ ਜਾਏਗੀ ਉਹਨਾਂ ਵੱਲੋਂ ਜਾਣੋ, ਤੇ ਸਾਰੇ ਹਟ ਰਹਿਣਗੇ, ਫਿਰ ਮੁੜ ਕੇ ਸਾਡੇ ਕੋਲ ਹੀ ਆਇਆ ਕਰਨਗੇ। जान जाए जैसोए होई। ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਜਿਹੋ ਜਿਹੇ ਹਨ, ਇਹਨਾਂ ਦੇ ਸੁਭਾਅ ਬਾਰੇ ਲੋਕਾਂ ਨੂੰ ਪਤਾ ਲੱਗ ਜਾਏਗਾ, ਇਹਨਾਂ ਬਾਰੇ ਦੁਨੀਆਦਾਰੀ ਨੂੰ ਪਤਾ ਲੱਗ ਜਾਏਗਾ। अब मक्खन के कहबे करके। ਹੁਣ ਤਾਂ ਮੱਖਣ ਸ਼ਾਹ ਦੇ ਕਹਿਣ ਕਰਕੇ ਲੋਕ ਮੱਥਾ ਟੇਕ ਰਹੇ ਨੇ। ਜੇ ਮੱਖਣ ਸ਼ਾਹ ਚਲਾ ਗਿਆ, ਕਿਸੇ ਨੇ ਇਹਨਾਂ ਨੂੰ ਮੱਥਾ ਨਹੀਂ ਟੇਕਣਾ। ਦੁਨੀਆ ਨੂੰ ਵੀ ਪਤਾ ਲੱਗ ਜਾਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਗੁਰਾਂ ਵਾਲੇ, ਗੁਰੂ ਵਾਲੇ ਕੋਈ ਗੁਣ ਨਹੀਂ। परखे बिन शरदा और तरक। ਹੁਣ ਪਰਖ ਵੀ ਨਹੀਂ ਕੀਤੀ ਲੋਕਾਂ ਨੇ, ਪਰਖ ਤੋਂ ਬਿਨਾਂ ਹੀ ਆਪਣੇ ਮਨ 'ਚ ਸ਼ਰਧਾ ਧਾਰ ਕੇ ਗੁਰੂ ਜੀ ਨੂੰ ਮਿਲ ਰਹੇ ਨੇ। ਪਰ ਜਦੋਂ ਪਰਖ ਕੇ ਵੇਖਣਗੇ, ਆਪੇ ਇਹਨਾਂ ਦੀ ਸ਼ਰਧਾ ਖਤਮ ਹੋ ਜਾਣੀ ਹੈ, ਉਹਨਾਂ ਤੇ ਆਪੇ ਇਹਨਾਂ ਦੀ ਸ਼ਰਧਾ ਟੁੱਟ ਜਾਣੀ ਹੈ। ਦਈ ਉਪਾਇਨ ਮਾਨਿਓ ਏਈ। ਕਹਿੰਦੇ ਹੁਣ ਸਾਰਿਆਂ ਨੇ ਭਟਾਵਾਂ ਭੇਟ ਕਰਕੇ ਇਹਨਾਂ ਨੂੰ ਹੀ ਮੰਨ ਲਿਆ ਗੁਰੂ। ਇੱਕ ਬਾਰ ਹੀ ਉਨ ਵੈ ਨਹੀਂ। ਕਹਿੰਦੇ ਬਸ ਇੱਕੋ ਵੇਰੀ ਅੱਜ ਹੀ ਪੂਜਾ ਹੋਣੀ ਸੀ ਇਹਨਾਂ ਦੀ, ਹੁਣ ਨਹੀਂ ਮੁੜ ਕੇ ਪੂਜਾ ਹੁੰਦੀ। ਹੋ ਗਈ ਜਿਹੜੀ ਪੂਜਾ ਹੋਣੀ ਸੀ, ਹੋ ਗਿਆ ਸਤਕਾਰ ਜਿਹੜਾ ਇਹਨਾਂ ਦਾ ਹੋਣਾ ਸੀ। ਹੁਣ ਅੱਗੇ ਤੋਂ ਇਹਨਾਂ ਦਾ ਕੋਈ ਸਤਕਾਰ, ਕੋਈ ਪੂਜਾ ਨਹੀਂ ਹੋਣੀ। ਇੱਕ ਤੋਂ ਇਮ ਕਹਿ ਤੂਸ਼ਨ ਠਾਨੀ। ਏਦਾਂ ਜਿਹੜੇ ਸੋਢੀ ਸੀ ਨਾ, ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨਾਲ, ਤੇ ਗੱਲਾਂ ਕਰਕੇ ਚੁੱਪ ਧਾਰਨ ਕਰਦੇ ਨੇ। ਅਤ ਕ੍ਰੋਧੀ ਇੱਕ ਤਿਨੋਂ ਬਖਾਨੀ। ਇੱਕ ਚੁੱਪ ਕਰਦਾ ਤੇ ਦੂਜਾ ਬੋਲ ਪੈਂਦਾ। ਸੋਢੀ ਇਕੱਠੇ ਹੋਏ ਨੇ, ਸਾਰੇ ਇਕੱਠੇ ਰਲ ਕੇ ਸਲਾਹਾਂ ਕਰ ਰਹੇ, ਤੇ ਇੱਕ ਚੁੱਪ ਕਰਦਾ ਬੋਲ ਕੇ, ਤੇ ਦੂਜਾ ਗੁੱਸੇ 'ਚ ਬੋਲ ਪੈਂਦਾ, ਕ੍ਰੋਧ ਵਿੱਚ ਆ ਕੇ ਕ੍ਰੋਧੀ ਹੋ ਕੇ ਬੋਲਦਾ ਹੈ। ਬੇਮਰਜ਼ਾਦ ਬਾਤ ਨੇ ਆਛੇ। ਜੀ ਇਹ ਤਾਂ ਬੇਮਰਿਆਦਾ ਕੰਮ ਹੈ, ਇਹ ਗੱਲ ਚੰਗੀ ਥੋੜੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ, ਮੱਖਣ ਸ਼ਾਹ ਨੇ ਰਲ ਕੇ ਕੀਤੀ ਹੈ। ਇਹ ਤਾਂ ਬੇਮਰਿਆਦਾ ਕੰਮ ਹੈ, ਇਹ ਮਰਿਆਦਾ ਨਹੀਂ ਹੈ। ਅੱਜ ਵੀ ਜਿਹਨਾਂ ਨੇ ਰੋਲਾ ਪਾਣਾ ਹੁੰਦਾ ਨਾ ਕਿਸੇ ਗੱਲ ਤੇ, ਕਹਿੰਦੇ ਜੀ ਇਹ ਮਰਿਆਦਾ ਨਹੀਂ ਹੈ, ਇਹ ਸ਼ਬਦ ਵਰਤ ਲੈਂਦੇ। ਜਿਹੜੀ ਗੱਲ ਉਹਨਾਂ ਨੂੰ ਚੰਗੀ ਨਾ ਲੱਗੇ, ਕਹਿੰਦੇ ਜੀ ਇਹ ਮਰਿਆਦਾ ਨਹੀਂ ਹੈ, ਤਾਂ ਬੇਮਰਿਆਦ ਕੰਮ ਹੈ। ਜਿਹੜੀ ਮੇਰੇ ਮਨ ਨੂੰ ਚੰਗੀ ਲੱਗੇ ਉਹ ਮਰਿਆਦਾ, ਤੇ ਜਿਹੜੀ ਹੋਵੇ ਵੀ ਮਰਿਆਦਾ ਤੇ ਕੋਈ ਪਾਲਦਾ ਹੋਵੇ ਤੇ ਉਹਨੂੰ ਕਹਿੰਦੇ ਜੀ ਇਹ ਬੇਮਰਿਆਦਾ। ਇਹ ਜਿਹੜੇ ਮਸੰਦ ਨੇ, ਇਹ ਸੋਢੀ ਆਪਸ 'ਚ ਗੱਲਾਂ ਕਰਦੇ ਗੁੱਸੇ 'ਚ, ਕਹਿੰਦੇ ਜੀ ਇਹ ਤਾਂ ਬੇਮਰਿਆਦਾ ਕੰਮ ਹੈ, ਇਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ। ਪਇਓ ਅਗਰਣੀ ਸਭ ਕਰ ਪਾਛੇ। ਇਹ ਗੁਰੂ ਤੇਗ ਬਹਾਦਰ ਤਾਂ ਸਾਰਿਆਂ ਤੋਂ ਅੱਗੇ ਹੋ ਗਿਆ, ਸਭ ਨੂੰ ਪਿੱਛੇ ਕਰਕੇ ਆਪ ਸਾਰਿਆਂ ਦਾ ਆਗੂ ਬਣ ਗਿਆ ਹੈ। ਕਿਸ ਭਰਾਤਾ ਕੋ ਪੈ ਨੇ ਮਾਨਿਓ। ਇਹਨੇ ਆਪਣੇ ਕਿਸੇ ਭਰਾ ਦਾ ਡਰ ਨਹੀਂ ਮੰਨਿਆ। ਅਸੀਂ ਵੀ ਭਾਈ ਬੰਧੂ ਆ ਇਹਦੇ, ਸੋਢੀ ਭਾਈਚਾਰੇ 'ਚੋਂ ਆ, ਸਾਡੇ 'ਚੋਂ ਕਿਸੇ ਦਾ ਇਹਨੇ ਡਰ ਨਹੀਂ ਮੰਨਿਆ, ਭੈ ਨਹੀਂ ਮੰਨਿਆ। ਸਭ ਤਨ ਆਪ ਲਏ ਗਰਬਾਨਿਓ। ਜਿੰਨੀ ਮਾਇਆ ਆਈ ਆ ਸਾਰੀ ਆਪ ਹੀ ਸਾਂਭ ਗਿਆ, ਆਪ ਹੀ ਆਪਣੇ ਕੋਲ ਰੱਖ ਕੇ ਹੰਕਾਰੀ ਹੋ ਗਿਆ। ਅਦਕ ਦਰਬ ਕਬ ਸਿੱਖ ਕੋ ਲਿਆਵੇ। ਅਦਕ ਮਾਇਆ ਜਿਹੜੀ ਆ, ਕਦੇ ਕਦੇ ਇੱਕ ਮੱਖਣ ਸ਼ਾਹ ਵਰਗਾ ਸਿੱਖ ਗੁਰੂ ਘਰ ਆਉਂਦਾ ਜਿਹੜਾ ਖੁੱਲੀ ਮਾਇਆ ਲੈ ਕੇ ਆਵੇ। ਇਹੋ ਜਿਹੇ ਸਿੱਖ ਰੋਜ਼ ਥੋੜੀ ਆਉਂਦੇ ਨੇ, ਕਦੇ ਕਦੇ ਇਹੋ ਜਿਹੇ ਸਿੱਖ ਗੁਰੂ ਘਰ ਚੱਲ ਕੇ ਆਉਂਦੇ ਨੇ ਮਾਇਆ ਲੈ ਕੇ। ਜੋ ਅਜਾਨ ਇੱਕ ਨਿਕਟ ਚੜਾਵੇ। ਜਿਹੜੀ ਅਣਜਾਣ ਪੁਣੇ ਵਿੱਚ ਉਹਨਾਂ ਨੇ ਨਿਕਟ ਚੜਾ ਦਿੱਤੀ ਉਹ ਮਾਇਆ, ਜਿਹੜੀ ਮੱਖਣ ਸ਼ਾਹ ਨੇ ਵੀ ਅਣਜਾਣ ਪੁਣੇ 'ਚ, ਜਿਹੜੇ ਹੋਰ ਸਿੱਖ ਨੇ ਉਹਨਾਂ ਨੇ ਵੀ ਸਾਰੀ ਇਹ ਜਿਹੜੀ ਮਾਇਆ ਭਟਾਵਾਂ ਨੇ, ਕਿਉਂਕਿ ਇਹ ਜਿਹੜੀਆਂ 22 ਮੰਜੀਆਂ ਲੱਗੀਆਂ ਸਿਰਫ ਮਾਇਆ ਦਾ ਰੋਲਾ। ਇਹ ਮਾਇਆ ਦੇ ਝਗੜੇ ਕਰਕੇ ਨੇ, ਮਾਇਆ ਕਰਕੇ ਗੁਰੂ ਬਣੇ ਬੈਠੇ ਸੀ ਵੀ ਮਾਇਆ ਸਾਨੂੰ ਆਏਗੀ, ਭਟਾਵਾਂ ਸਾਨੂੰ ਆਉਣਗੀਆਂ, ਹੋਰ ਇਹਨਾਂ ਨੂੰ ਗੁਰੂ ਬਣਨ ਨਾਲ ਕੋਈ ਮਤਲਬ ਨਹੀਂ। ਕਹਿੰਦੇ ਜੀ ਵੇਖੋ ਸਾਰਾ ਚੜਾਵਾ ਗੁਰੂ ਤੇਗ ਬਹਾਦਰ ਜੀ ਸਾਂਭੀ ਜਾਂਦੇ ਨੇ, ਸਾਡਾ ਡਰ ਹੀ ਕੋਈ ਨਹੀਂ ਰਿਹਾ ਉਹਨਾਂ ਨੂੰ, ਨਾ ਸਾਡਾ ਕੋਈ ਭੈ ਰਿਹਾ।
सब प्रातन के टिग सो दए। गुरु तेग बहादुर साहब ਨੂੰ ਚਾਹੀਦਾ ਕਿ ਜਿੰਨੇ ਪੈਸੇ ਉਹਨਾਂ ਕੋਲ ਆਏ ਨੇ ਉਹ ਸਾਨੂੰ ਸਾਰਿਆਂ ਨੂੰ ਬਰਾਬਰ ਦੇ ਹਿੱਸੇ 'ਚ ਵੰਡਣ, ਉਹਨਾਂ ਨੂੰ ਸਾਡੇ 'ਚ ਵੰਡਣੇ ਚਾਹੀਦੇ ਨੇ। ਇਹਨਾਂ ਨੂੰ ਪੁੱਛਣ ਵਾਲੇ ਵੀ ਜਿਹੜੀਆਂ ਭਟਾਵਾਂ ਤੁਹਾਡੇ ਕੋਲ ਪਹਿਲਾਂ ਆਉਂਦੀਆਂ ਰਹੀਆਂ ਨੇ ਤੁਸੀਂ ਕਿੰਨੀਆਂ ਕੁ ਵੰਡ ਕੇ ਭੇਜਦੇ ਰਹੇ ਹੋ ਨੌਵੇਂ ਪਾਤਸ਼ਾਹ। ਕਹਿੰਦੇ ਜੀ ਹੁਣ ਜਿਹੜੀਆਂ ਭਟਾਵਾਂ ਉਹਨਾਂ ਕੋਲ ਆਈਆਂ ਨੇ, ਮਾਇਆ ਉਹਨਾਂ ਦੇ ਕੋਲ ਆਈ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ ਸਾਰੇ ਭਰਾਵਾਂ ਵਿੱਚ ਵੰਡਣੀ ਚਾਹੀਦੀ ਹੈ। ਭਾਗ ਸਮਾਨੇ ਆਪਨੋ ਲਏ। ਉਹਨਾਂ ਨੂੰ ਬਰਾਬਰ ਦਾ ਹਿੱਸਾ ਆਪਣਾ ਲੈਣਾ ਚਾਹੀਦਾ ਤੇ ਬਾਕੀ ਵੀ ਜਿਹੜੀ ਮਾਇਆ ਜਿੰਨੀ ਹੈ ਉਹ ਸਾਰੇ ਸੋਢੀਆਂ ਵਿੱਚ ਵੰਡਣੀ ਚਾਹੀਦੀ ਆ, ਇਕੱਲੇ ਨਹੀਂ ਸਾਂਭਣੀ ਚਾਹੀਦੀ। ਸ਼੍ਰੀ ਹਰਿ ਕ੍ਰਿਸ਼ਨ ਬਾਤ ਕੇ ਕਹੇ। ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ, ਗੁਰੂ ਬਕਾਲੇ ਮੈਂ ਸਿੱਖ ਚਾਹੇ। ਉਹਨਾਂ ਨੇ ਕਿਹਾ ਵੀ ਗੁਰੂ ਬਕਾਲੇ ਰਹਿੰਦਾ। ਉਹਨਾਂ ਨੇ ਇਹ ਥੋੜੀ ਆਖਿਆ ਵੀ ਗੁਰੂ ਤੇਗ ਬਹਾਦਰ ਜੀ ਗੁਰੂ ਨੇ, ਉਹਨਾਂ ਨੇ ਤਾਂ ਬਸ ਇੰਨਾ ਕਿਹਾ ਵੀ ਗੁਰੂ ਬਕਾਲੇ ਰਹਿੰਦਾ, ਤੇ ਬਕਾਲੇ ਤਾਂ ਅਸੀਂ ਵੀ ਰਹਿੰਦੇ ਆ, ਫਿਰ ਅਸੀਂ ਵੀ ਗੁਰੂ ਹੋਏ। ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਾਂ ਸਿਰਫ ਇੰਨਾ ਕਿਹਾ ਵੀ ਗੁਰੂ ਬਕਾਲੇ ਰਹਿੰਦਾ ਹੈ। ਯਾ ਤੇ ਆਏ ਗ੍ਰਾਮ ਮੈਂ ਜੇ। ਇਸ ਕਰਕੇ ਜਿੰਨੇ ਬਕਾਲੇ ਵਿੱਚ ਇਸ ਵੇਲੇ ਸੋਢੀ ਬੈਠੇ ਨੇ ਗੁਰਤਾ ਗੱਦੀਆਂ ਲਾ ਕੇ, ਲੈਨ ਉਚਿਤ ਭੇਟਨ ਸਭ ਤੇ। ਉਹਨਾਂ ਸਾਰਿਆਂ ਦਾ ਹੱਕ ਬਣਦਾ ਭਟਾਵਾਂ ਲੈਣਾ, ਉਹਨਾਂ ਸਾਰਿਆਂ ਦਾ ਹੱਕ ਬਣਦਾ ਵਸਤੂਆਂ ਲੈਣਾ। ਗੁਰ ਇਹ ਨਾਮ ਨਾ ਕਿਸ ਕੋ ਲੀਨਾ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸੇ ਦਾ ਨਾਂ ਤਾਂ ਨਹੀਂ ਨਾ ਲਿਆ ਵੀ ਇਹੀ ਗੁਰੂ ਹੈ, ਉਹਨਾਂ ਨੇ ਤਾਂ ਇੰਨਾ ਕਿਹਾ ਵੀ ਗੁਰੂ ਬਕਾਲੇ ਵਸਦਾ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਇਹੀ ਗੁਰੂ ਹੈ, ਕਿਸੇ ਦਾ ਨਾਂ ਲੈ ਕੇ ਪ੍ਰਗਟ ਨਹੀਂ ਕੀਤਾ। ਸਭ ਇਨ ਕੋ ਅਧਿਕਾਰ ਸੋਦੀਨਾ। ਇਸ ਕਰਕੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਅਧਿਕਾਰ ਦਿੱਤਾ ਗੁਰੂ ਬਣਨ ਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਮਾਲਕੀ ਦਿੱਤੀ ਹੈ, ਸਾਨੂੰ ਸਾਰਿਆਂ ਨੂੰ ਗੁਰੂ ਬਣਾਇਆ ਹੈ। ਅਸੀਂ ਸਾਰੇ ਸੋਢੀ ਇਸ ਵੇਲੇ ਗੁਰੂ ਹਾਂ। ਪੂਰਬ ਆਏ ਸਿੱਖ ਸਮੁਦਾਇ। ਪਹਿਲਾਂ ਜਿਹੜੇ ਸਿੱਖ ਸਮੁਦਾਇ ਚੱਲ ਕੇ ਆਉਂਦੇ ਰਹੇ ਨੇ, ਲਿਆਏ ਅਲਪ ਉਪਾਇਨ ਪਾਏ। ਉਹ ਤਾਂ ਮਾੜੀ ਮੋਟੀ ਮਾਇਆ ਲਿਆਉਂਦੇ ਸੀ। ਗਰੀਬ ਸਿੱਖ ਆਏ ਨੇ ਪਹਿਲਾਂ ਜਿੰਨੇ ਆਏ ਨੇ, ਉਹ ਥੋੜੀ ਥੋੜੀ ਮਾਇਆ ਲਿਆ ਕੇ ਭਟਾਵਾਂ ਭੇਟ ਕਰਦੇ ਰਹੇ ਨੇ। ਇਹ ਸਿੱਖ ਲਿਆਇਓ ਦਰਬ ਵਿਸਾਲਾ। ਪਰ ਜਿਹੜਾ ਮੱਖਣ ਸ਼ਾਹ ਆ ਇਹ ਤਾਂ ਬੜੀ ਮਾਇਆ ਲਿਆਇਆ, ਇਹ ਤਾਂ ਸ਼ਰਫੀਆਂ ਲਿਆਇਆ, ਸੋਨੇ ਦੀਆਂ ਬੜੀ ਭੇਟਾ ਲੈ ਕੇ ਆਇਆ। ਪਹਿਲੇ ਸਿੱਖ ਤਾਂ ਗਰੀਬ ਹੀ ਆਉਂਦੇ ਰਹੇ ਨੇ, ਉਹਨਾਂ ਨੇ ਤਾਂ ਕੀ ਭੇਟਾ ਕਰਨੀ ਸੀ। ਪਰ ਆ ਜਿਹੜਾ ਸਿੱਖ ਮੱਖਣ ਸ਼ਾਹ ਆਇਆ ਹੈ, ਇਹ ਬੜੀਆਂ ਭਟਾਵਾਂ ਲਿਆਇਆ, ਬੜੇ ਰੁਪਈਏ ਪੈਸੇ ਲਿਆਇਆ। ਦੇਬੋ ਚਾਹੀਏ ਸਭਨ ਇੱਕ ਸਾਲਾ। ਤੇ ਇਹਨੂੰ ਚਾਹੀਦਾ ਕਿ ਜਿਹੜੀ ਮਾਇਆ ਇਹਨੇ ਗੁਰੂ ਤੇਗ ਬਹਾਦਰ ਨੂੰ ਭੇਟ ਕੀਤੀ ਉਹ ਸਾਰਿਆਂ 'ਚ ਬਰਾਬਰ ਵੰਡਣੀ ਚਾਹੀਦੀ, ਕਿਉਂਕਿ ਅਸੀਂ ਸਾਰੇ ਗੁਰੂ ਹਾਂ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਗੁਰੂ ਬਣਾਇਆ, ਇਸ ਕਰਕੇ ਸਾਰਿਆਂ ਵਿੱਚ ਬਰਾਬਰ ਦੀ ਇਹ ਮਾਇਆ ਵੰਡਣੀ ਚਾਹੀਦੀ ਹੈ। ਇਸ ਟਿਗ ਕਥਮ ਰਹਿਣ ਤਨ ਦੇ। ਅਸੀਂ ਇਹਦੇ ਕੋਲ ਨਹੀਂ ਮਾਇਆ ਰਹਿਣ ਦੇਣੀ। ਜੇ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਗੁਰੂ ਬਣ ਗਏ, ਏਦਾਂ ਤਾਂ ਨਹੀਂ ਹੋ ਸਕਦਾ। ਅਸੀਂ ਇਹਨਾਂ ਨੂੰ ਗੁਰੂ ਨਹੀਂ ਬਣਾ ਸਕਦੇ। ਨਿਰਬਲ ਤੇ ਸਭ ਹੀ ਹਰ ਲੈ। ਕਿਉਂਕਿ ਇਹ ਤਾਂ ਨਿਰਬਲ ਹੈ, ਕਮਜ਼ੋਰ ਹੈ। ਕਿੰਨਾ ਕੁ ਚਿਰ ਮੱਖਣ ਸ਼ਾਹ ਬੈਠਾ ਹੈ। ਜੇ ਮੱਖਣ ਸ਼ਾਹ ਅੱਜ ਚਲਾ ਜਾਂਦਾ ਤੇ ਅਸੀਂ ਸਾਰਾ ਕੁਝ ਖੋਹ ਲਿਆਵਣਾ ਇਹਦੇ ਕੋਲੋਂ, ਇਹ ਕਿੱਥੇ ਸਾਨੂੰ ਰੋਕ ਲਏਗਾ। ਅਸੀਂ ਤਾਂ ਨਿਰਬਲ ਜਾਣ ਕੇ ਇਹਨੂੰ ਸਾਰਾ ਕੁਝ ਇਹਦੇ ਕੋਲੋਂ ਖੋਹ ਲਿਆਵਾਂਗੇ। ਅਦਕ ਅਸੂਯਕ ਇਸੀ ਪ੍ਰਕਾਰਾ। ਇਹ ਤਾਂ ਬੜੀ ਈਰਖਾ ਕਰਦੇ ਸੋਢੀ। ਸੋਢੀਆਂ ਦੇ ਅੰਦਰ ਨਹੀਂ ਵੜ ਕੇ ਕੋਈ ਵੇਖਦਾ। ਜਿੰਨੇ ਬਾਈ ਮੰਜੀਆਂ ਵਾਲੇ ਬੈਠੇ ਨੇ, ਕਹਿੰਦੇ ਵੇਖੋ ਸਾਡੇ ਹੁੰਦਿਆਂ ਹੋਰ ਦੀ ਪੂਜਾ, ਸਾਡੇ ਹੁੰਦਿਆਂ ਦੂਜੇ ਅੱਗੇ ਭੇਟਾ। ਸੜ ਜਾਂਦੇ ਨੇ ਈਰਖਾ ਦੇ ਨਾਲ। ਕਰਤ ਪਰਸ ਪਰ ਬਾਕ ਉਚਾਰਾ। ਆਪਸ ਵਿੱਚ ਗੱਲਾਂ ਕਰਦੇ ਹਨ। ਕੇਤਕ ਮਤ ਸਰ ਬਹੁਤ ਤਪਤਾਏ। ਕਈ ਤਾਂ ਈਰਖਾ ਵਿੱਚ ਇੰਨੇ ਜ਼ਿਆਦਾ ਸੜੇ ਨੇ, ਇੰਨੇ ਜ਼ਿਆਦਾ ਦਵੈਸ਼ ਵਿੱਚ ਆਏ ਨੇ। ਤੀਰ ਮਲ ਕੀ ਸ਼ਰਨ ਸਿਧਾਏ। ਉਸ ਧੀਰ ਮਲ ਦੀ ਸ਼ਰਨ 'ਚ ਚੱਲ ਕੇ ਗਏ। ਕਹਿੰਦੇ ਸਾਡੀ ਤਾਂ ਬਾਹ ਹੁਣ ਧੀਰ ਮਲ ਹੀ ਫੜੇਗਾ, ਧੀਰ ਮਲ ਸਾਡਾ ਫੈਸਲਾ ਕਰੇਗਾ। ਏਦਾਂ ਕਈ ਈਰਖਾ ਧਾਰ ਕੇ ਧੀਰ ਮਲ ਕੋਲ ਗਏ। ਜਿਸਕੇ ਸੰਗ ਨਰਨ ਕੋ ਬ੍ਰਿੰਦ। ਕਿਉਂਕਿ ਧੀਰ ਮਲ ਨਾਲ ਬੜੇ ਲੋਕ ਜੁੜੇ ਹੋਏ ਸੀ। ਧੀਰ ਮਲ ਦੀ ਪੂਜਾ ਸਾਰਿਆਂ ਨਾਲੋਂ ਜ਼ਿਆਦਾ ਹੋ ਰਹੀ ਸੀ। ਕਹਿੰਦੇ ਧੀਰ ਮਲ ਦੇ ਕੋਲ ਬੜੇ ਲੋਕ ਨੇ, ਬੜੇ ਲੋਕ ਉਹਦੇ ਨਾਲ ਸੰਭਾਲ ਵੀ ਸਕਦਾ, ਰੱਖ ਵੀ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਆਉਂਦਾ, ਉਹ ਕਿਵੇਂ ਗੁਰਿਆਈ ਸੰਭਾਲਣਗੇ, ਕਿਵੇਂ ਰੱਖਣਗੇ।
तिनको ऐश्वर्यवंत विशाला। ਧੀਰ ਮਲ ਦਾ ਐਸ਼ਵਰਜ ਵੀ ਬੜਾ, ਉਹਦੀ ਵਡਿਆਈ ਵੀ ਬੜੀ ਜ਼ਿਆਦਾ ਹੈ। सदा सुमाने मानव जाला। ਸਾਰੇ ਲੋਕ ਉਹਦੀ ਪੂਜਾ ਕਰਦੇ ਨੇ, ਉਹਨੂੰ ਮੱਥਾ ਟੇਕਦੇ ਨੇ। प्रात भतीजा गुर इसके रे। ਇਹਦੇ ਭਰਾ ਵੀ ਗੁਰੂ ਸੀ, ਗੁਰੂ ਹਰ ਰਾਏ ਸਾਹਿਬ ਧੀਰ ਮਲ ਦੇ, ਤੇ ਇਹਦਾ ਭਤੀਜਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਗੁਰੂ ਸਨ। आद ग्रंथ साहिब शुभ डेरे। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਆਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰ ਮਲ ਦੇ ਕੋਲ ਹੈ। इम मसलत कर पहुंचे पास। ਇਦਾਂ ਦੀਆਂ ਸਲਾਹਾਂ ਕਰਕੇ ਜਿੰਨੇ ਸੋਢੀ ਨੇ ਇਹ ਬਾਬੇ ਧੀਰ ਮਲ ਕੋਲ ਪਹੁੰਚੇ ਹਨ। सोडी कितक मसंद सोदास। ਕਈ ਸੋਢੀ ਨੇ, ਇਹਨਾਂ ਦੇ ਫਿਰ ਅੱਗੇ ਮਸੰਦ ਨੇ, ਫਿਰ ਅੱਗੇ ਉਹਨਾਂ ਦੇ ਨੌਕਰ ਦਾਸ ਨੇ, ਇਹ ਸਾਰੇ ਇਕੱਠੇ ਹੋ ਕੇ ਗਏ ਨੇ। जाए सरब बिरतंत सुनायो। ਇਹਨਾਂ ਨੇ ਜਾ ਕੇ ਬਾਬੇ ਧੀਰ ਮਲ ਕੋਲ ਸਾਰਾ ਬਿਰਤਾਂਤ ਸੁਣਾਇਆ ਹੈ। क्या की नस जो मक्खण आयो। ਕਹਿੰਦੇ ਜੀ ਵੇਖੋ ਮੱਖਣ ਸ਼ਾਹ ਨੇ ਕੀ ਕਰ ਦਿੱਤਾ। ਬਾਬਾ ਧੀਰ ਮਲ ਜੀ ਤੁਸੀਂ ਸੁਰਖਰੂ ਬੈਠੇ ਹੋ, ਉਧਰ ਵੇਖੋ ਮੱਖਣ ਸ਼ਾਹ ਨੇ ਕੀ ਕਰ ਦਿੱਤਾ ਹੈ। साच के झूठ नरन के संग। ਪਤਾ ਨਹੀਂ ਕੀ ਸੱਚ ਝੂਠ ਉਹਨੇ ਲੋਕਾਂ ਨਾਲ ਬੋਲਿਆ। ਉਹਨਾਂ ਸਾਰੇ ਲੋਕਾਂ ਨੂੰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਲਾ ਦਿੱਤਾ ਹੈ। कै परमाए कीन कुटंग। ਪਤਾ ਨਹੀਂ ਕਿਵੇਂ ਭਰਮਾਇਆ ਮੱਖਣ ਸ਼ਾਹ ਨੇ, ਕਿਹੜੀਆਂ ਗੱਲਾਂ ਕੀਤੀਆਂ ਨੇ, ਕਿਹੜੀਆਂ ਨਹੀਂ ਕੀਤੀਆਂ। ਇਸ ਕਰਕੇ ਬਾਬਾ ਧੀਰ ਮਲ ਜੀ ਤੁਸੀਂ ਕੋਈ ਉਪਾਅ ਕਰੋ, ਤੁਸੀਂ ਸਿਆਣੇ ਹੋ, ਸੂਝਵਾਨ ਹੋ, ਸਾਡੇ ਸਾਰੇ ਸੋਢੀਆਂ ਦੀ ਧਿਰ ਤੁਸੀਂ ਹੋ। ਏਦਾਂ ਇਹ ਸਾਰੇ ਬਾਬੇ ਧੀਰ ਮਲ ਕੋਲ ਆਏ ਨੇ ਤੇ ਅੱਗੇ ਬਾਬਾ ਧੀਰ ਮਲ ਪਹਿਲਾਂ ਹੀ ਬੜੀ ਈਰਖਾ ਤੇ ਦਵੈਸ਼ ਨਾਲ ਭਰਿਆ ਹੋਇਆ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨਾਲ ਦਵੈਸ਼ ਕਮਾ ਰਿਹਾ ਹੈ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ